ਪ੍ਰਗਟ ਸਗਲ ਹਰ ਭਵਨ ਮਹਿ। ਜਨ ਨਾਨਕ ਗੁਰ ਪਾਰ ਬ੍ਰਹਮ। ਸ਼੍ਰੀ ਗੁਰੂ ਸ਼ਬਦ ਕਮਾਏ ਜਿਨ। ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ। ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ। ਸਿਰ ਚਰਨਨ ਪਰ ਧਾਰ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਤ ਸੰਗਤ ਜੀਓ। ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਹੈ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ੁਭਾਇਮਾਨ ਹੋ ਕਰਕੇ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕਥਾ ਕੀਰਤਨ ਸਰਵਣ ਕਰਕੇ ਆਪਣਾ ਜੀਵਨ ਸਫਲ ਬਣਾ ਰਹੇ ਹਾਂ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ ਗੁਰਫਤਿਹ ਗੱਜ ਵੱਜ ਕੇ ਬੁਲਾਉਣੀ ਹੈ। ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਦਬ ਸਤਿਕਾਰ ਦੇ ਨਾਲ ਸੀਸ ਝੁਕਾ ਕੇ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸਾਧ ਸੰਗਤ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਜੋ ਇਸ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਸੰਗਤਾਂ ਦੇ ਉੱਤੇ ਵਿਸ਼ੇਸ਼ ਕਿਰਪਾ ਕੀਤੀ ਹੋਈ ਹੈ। ਜਿਹੜੇ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਨਾ ਇਹ ਵਿਸ਼ੇਸ਼ ਕਰਕੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਅੱਜ ਮਾਘ ਮਹੀਨੇ ਦੀ ਪਾਵਨ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ। ਅੱਜ ਤੋਂ ਇਹ ਜਪ ਤਪ ਸਮਾਗਮਾਂ ਦੀ ਆਰੰਭਤਾ ਹੋਈ ਹੈ। ਕਰੀਬਨ 29 ਦਿਨ ਸਾਰਾ ਮਾਘ ਦਾ ਮਹੀਨਾ ਇਹ ਸਮਾਗਮ ਚੱਲਣਾ ਹੈ। ਇਸ ਮਹਾਨ ਜਪ ਤਪ ਸਮਾਗਮ ਯੱਗ ਦੇ ਅੰਦਰ ਬਹੁਤ ਹੀ ਜਪੀ ਤਪੀ ਤਤ ਬੇਤੀ ਮਹਾਂਪੁਰਸ਼ ਆਪ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਨਗੇ ਤੇ ਗੁਰਬਾਣੀ ਦੀ ਇੱਕ ਪੰਗਤੀ ਆਪਾਂ ਰੋਜ਼ ਪੜ੍ਹਦੇ ਹਾਂ, ਸੁਣਦੇ ਹਾਂ।
ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ। ਸਾਰਾ ਮਹੀਨਾ ਆਪਾਂ ਨੇ ਇਸ ਪੰਕਤੀ ਦੇ ਸਿਧਾਂਤ ਦੇ ਉੱਪਰ ਪਹਿਰਾ ਦੇਣਾ ਹੈ ਕਿ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ। ਮਹਾਂਪੁਰਸ਼ਾਂ ਦੀ, ਸਾਧੂਆਂ ਦੀ ਸੰਗਤ ਕਰਕੇ, ਸੰਤਾਂ ਮਹਾਂਪੁਰਸ਼ਾਂ ਦੇ ਪ੍ਰਵਚਨ ਸੁਣ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਹੈ। ਇਹ ਸਾਡਾ ਪਰਮ ਪ੍ਰਯੋਜਨ ਹੈ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਪ੍ਰਯੋਜਨ, ਇੱਕ ਪਰਮ ਪ੍ਰਯੋਜਨ। ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਮਨੁੱਖਾ ਦੇਹ ਦਿੱਤੀ ਹੈ। ਮਨੁੱਖਾ ਦੇਹ ਦਾ ਪ੍ਰਯੋਜਨ ਤਾਂ ਇਹ ਹੈ ਕਿ ਜਿੰਨਾ ਚਿਰ ਸਵਾਸ ਇਸ ਸਰੀਰ ਵਿੱਚ ਹਨ, ਬੰਦਾ ਚੰਗੇ ਕਰਮ ਕਰੇ, ਘਰ ਪਰਿਵਾਰ ਨੂੰ, ਸਮਾਜ ਨੂੰ, ਦੇਸ਼ ਨੂੰ, ਕੌਮ ਨੂੰ ਸੰਵਾਰ ਕੇ ਰੱਖੇ, ਸਜਾ ਕੇ ਰੱਖੇ, ਆਪਣੇ ਸਰੀਰ ਨੂੰ ਸੰਵਾਰ ਕੇ ਰੱਖੇ। ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸ ਕਾ ਵਾਪਰਾ ਪੁੱਜੈ ਨਾ ਰਤਨ ਕਰੋੜ। ਇਹ ਮਨੁੱਖ ਦਾ ਪਰਮ ਪ੍ਰਯੋਜਨ ਹੈ। ਭਗਤ ਕਬੀਰ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਮਾਂ ਦੇ ਗਰਭ ਵਿੱਚ ਆਪਾਂ ਸਾਰੇ ਕਰੀਬਨ 9 ਮਹੀਨੇ ਪੁੱਠੇ ਲਟਕਦੇ ਰਹੇ। ਬਾਬਾ ਫਰੀਦ ਸਾਹਿਬ ਜੀ ਆਸਾ ਰਾਗ ਵਿੱਚ ਕਿਰਪਾ ਕਰਦੇ ਨੇ, ਗਢਿੰਦਿਆਂ 6 ਮਾਹ ਤੁੜੰਦਿਆਂ ਹਿੱਕ ਖਿਨੋ। ਇਸ ਸਰੀਰ ਦੇ ਵਿੱਚ ਜਿੰਨੇ ਵੀ ਇਹ ਜੋੜ ਨੇ, ਇਹਨਾਂ ਨੂੰ ਗੱਠਾਂ ਕਿਹਾ ਹੈ। ਜਿਵੇਂ ਬੀਬੀਆਂ ਸਵੈਟਰ ਬੁਣਦੀਆਂ ਨੇ, ਕੀ ਹੁੰਦੀਆਂ ਉਹ ਗੱਠਾਂ ਹੁੰਦੀਆਂ ਨੇ, ਜੋੜ ਜੋੜ ਕੇ ਸਵੈਟਰ ਬਣ ਜਾਂਦਾ। ਇਸੇ ਤਰ੍ਹਾਂ ਇਹ ਸਾਰੇ ਸਰੀਰ ਦੇ ਜੋੜ ਗੱਠਾਂ ਨੂੰ ਤਿਆਰ ਹੋਣ ਵਿੱਚ 6 ਮਹੀਨੇ ਦਾ ਸਮਾਂ ਲੱਗਦਾ ਹੈ। ਜੋ ਅੱਜ ਸਾਇੰਸ ਖੋਜ ਕਰ ਰਹੀ ਹੈ, ਮਸ਼ੀਨਾਂ, ਸਕੈਨਾਂ ਦੁਆਰਾ, ਬਾਬਾ ਫਰੀਦ ਸਾਹਿਬ ਜੀ ਨੇ ਉਸ ਵੇਲੇ ਬ੍ਰਹਮ ਗਿਆਨ ਦੇ ਦੁਆਰਾ ਇਹ ਖੋਜ ਕਰਕੇ ਸਾਨੂੰ ਦੱਸਿਆ ਕਿ ਗਢਿੰਦਿਆਂ 6 ਮਾਹ ਸਰੀਰ ਨੂੰ ਤਿਆਰ ਹੋਣ ਲੱਗਿਆਂ 6 ਮਹੀਨੇ ਦਾ ਸਮਾਂ ਲੱਗਿਆ। ਬਾਕੀ 3 ਮਹੀਨੇ ਨੂੰ ਪੱਕਣ 'ਚ ਲੱਗੇ ਨੇ। ਜਿਵੇਂ ਇੱਟ ਪਹਿਲਾਂ ਪਾਣੀ ਗਾਰਾ ਮਿਲਾ ਕੇ ਸੰਚੇ 'ਚ ਪਾ ਕੇ ਇੱਟ ਤਿਆਰ ਕਰਕੇ ਧੁੱਪ ਲਵਾ ਕੇ ਫਿਰ ਕੁਛ ਸਮਾਂ ਉਹਨੂੰ ਅੱਗੇ 'ਚ ਰੱਖਿਆ ਜਾਂਦਾ ਪੱਕਣ ਵਾਸਤੇ। ਇਸੇ ਤਰ੍ਹਾਂ ਇਹ ਸਰੀਰ ਨੂੰ 6 ਮਹੀਨੇ 'ਚ ਤਿਆਰ ਹੋਣ ਲੱਗੇ ਨੇ, 3 ਮਹੀਨੇ ਇਹਨੂੰ ਪੱਕਣ 'ਚ ਲੱਗੇ ਨੇ ਜਠਰਾਗਨ ਦੀ ਅੱਗ ਵਿੱਚ। 9 ਮਹੀਨੇ ਦਾ ਕੰਪਲੀਟ ਸਮਾਂ ਪੁੱਠੇ ਲਟਕਦਿਆਂ ਇਹਨੂੰ ਬਣਤਰ ਬਣਦਿਆਂ ਇੰਨਾ ਪ੍ਰੋਸੈਸ ਇਹਦਾ ਹੁੰਦਾ ਹੈ। ਫਿਰ ਉੱਥੇ ਵਾਹਿਗੁਰੂ ਪਰਮੇਸ਼ਰ ਕੁਦਰਤ ਦੀ ਕਲਾ ਇਹ ਵਰਤਦੀ ਹੈ ਕਿ ਬੱਚੇ ਨੂੰ ਇਹ ਗਿਆਨ ਨਹੀਂ ਹੁੰਦਾ ਮੈਂ ਕੌਣ ਹਾਂ, ਮੈਂ ਕਿੱਥੇ ਹਾਂ। ਕਿਉਂ? ਉਹਦੀ ਸੁਰਤ, ਉਹਦੀ ਲਿਵ ਬਿਰਤੀ ਬ੍ਰਹਮ ਦੇ ਨਾਲ ਲੀਨ ਹੁੰਦੀ ਹੈ। ਉਹਨੂੰ ਆਪਣੇ ਸਰੀਰ ਦਾ ਬੋਧ ਨਹੀਂ ਹੁੰਦਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਪਾਸ ਉਸ ਵੇਲੇ ਦੇ ਵੱਡੇ ਵੱਡੇ ਵੈਦ, ਹਕੀਮ, ਵਿਦਵਾਨ ਲੋਕ ਇਕੱਠੇ ਹੋ ਕੇ ਪਹੁੰਚੇ ਨੇ ਕਿ ਭਾਈ ਸਾਹਿਬ ਜੀ ਅਸੀਂ ਇੱਕ ਗੱਲ ਦੀ ਬੜੀ ਖੋਜ ਕੀਤੀ ਹੈ।
ਪਰ ਕਿਸੇ ਵੀ ਲਕਸ਼ 'ਤੇ ਪਹੁੰਚੇ ਨਹੀਂ। ਸਾਡੀ ਖੋਜ ਇਹ ਹੈ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਉਦੋਂ ਰੋਂਦਾ ਕਿਉਂ ਹੈ। ਇਹ ਖੋਜ ਅੱਜ ਤੱਕ ਕਿਸੇ ਡਾਕਟਰ ਨੇ ਨਹੀਂ ਕੀਤੀ, ਨਾ ਕਦੇ ਆਪਣੇ ਮਨ ਵਿੱਚ ਇਹ ਖਿਆਲ ਆਇਆ ਹੋਣਾ। ਫਿਰ ਉਹੀ ਬੱਚੇ ਰੋਂਦੇ ਹਨ ਜਿਹੜੇ ਤੰਦਰੁਸਤ ਹੁੰਦੇ ਨੇ। ਬਿਮਾਰ ਬੱਚਾ ਰੋਂਦਾ ਨਹੀਂ। ਰੋਣ ਦਾ ਕਾਰਨ ਕੀ ਹੈ? ਜੇ ਦੁਨੀਆ ਨੂੰ ਦੇਖਦੇ ਹਾਂ ਤੇ ਰੋਣ ਦਾ ਕਾਰਨ ਹੁੰਦਾ ਦੁੱਖ। ਜੇ ਕਿਸੇ ਬੰਦੇ ਨੂੰ ਤਕਲੀਫ, ਪਰੇਸ਼ਾਨੀ, ਦੁੱਖ, ਦਰਦ, ਬਿਮਾਰੀ ਹੋਵੇ ਤਾਂ ਉਹ ਬੰਦਾ ਰੋਂਦਾ ਹੈ। ਜੇ ਠੀਕ ਠਾਕ ਬੰਦਾ ਕਦੇ ਨਹੀਂ ਰੋਂਦਾ। ਤੰਦਰੁਸਤ ਬੱਚਾ ਜਨਮ ਲੈਂਦਿਆਂ ਸਾਰ ਹੀ ਰੋਂਦਾ, ਬਿਮਾਰ ਰੋਂਦਾ ਨਹੀਂ। ਇਹ ਕਾਰਨ ਕੀ ਹੈ? ਅਤੇ ਉਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਜੋ ਗੁਰੂ ਘਰ ਦੇ ਬਿਆਸ ਰਿਸ਼ੀ ਮੁਨੀ ਹਨ, ਉਹਨਾਂ ਨੇ ਸਮਝਾਉਣਾ ਕੀਤਾ ਹੈ ਕਿ ਮਹਾਂਪੁਰਸ਼ੋ, ਸਤ ਜਨੋ, ਤੁਸੀਂ ਜਿਹੜੀ ਖੋਜ ਕਰ ਰਹੇ ਹੋ ਇਹ ਸਰੀਰ ਤਲ ਦੇ ਆਧਾਰ 'ਤੇ ਹੈ। ਬੱਚੇ ਦੇ ਰੋਣ ਦਾ ਕਾਰਨ ਸਰੀਰ ਨਹੀਂ, ਇਹ ਖੋਜ ਮਨ ਦਾ ਵਿਸ਼ਾ ਹੈ। ਬੱਚੇ ਦੇ ਰੋਣ ਦਾ ਕਾਰਨ ਇਹ ਹੈ ਕਿ 9 ਮਹੀਨੇ ਜਦੋਂ ਪੁੱਠਾ ਲਟਕਿਆ ਸੀ, ਪਰਮੇਸ਼ਰ ਦੇ ਵਿੱਚ ਉਹ ਲੀਨ ਸੀ, ਬ੍ਰਹਮ ਦੇ ਨਾਲ ਜੁੜਿਆ ਹੋਇਆ ਸੀ। ਜਨਮ ਲੈਂਦਿਆਂ ਸਾਰ ਹੀ ਜਦੋਂ ਬਾਹਰਲੀ ਮਾਇਆ ਉਹਨੂੰ ਲੱਗਦੀ ਹੈ, ਉਦੋਂ ਉਹਦੇ ਕੋਲੋਂ ਉਹ ਸਿਮਰਨ ਛੁੱਟ ਜਾਂਦਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਅਮਰ ਦਾ ਅਰਥ ਹੁੰਦਾ ਹੁਕਮ। ਮਾਇਆ ਆਪਣਾ ਹੁਕਮ, ਆਪਣੀ ਖੇਡ ਵਰਤਾਉਂਦੀ ਹੈ। ਉਸ ਵੇਲੇ ਇਹ ਜੀਵ ਦੀ ਬਿਰਤੀ ਰੱਬ ਤੋਂ ਟੁੱਟ ਜਾਂਦੀ ਹੈ। ਤਾਂ ਬੱਚਾ ਜਨਮ ਲੈਂਦਿਆਂ ਸਾਰ ਹੀ ਰੋਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਰੋਵੈ ਰਤਨ ਗਵਾਏ ਕੈ, ਮਾਇਆ ਮੋਹ ਹਨੇਰ ਗੁਬਾਰਾ। ਉਹ ਰੋਵੈ ਦੁਖ ਆਪਣਾ, ਹੱਸ ਹੱਸ ਗਾਵੈ ਸਭ ਪਰਵਾਰਾ। ਮੰਨ ਲਓ ਆਪਾਂ ਬੈਠੇ ਹਾਂ ਨਾ, ਜੇ ਆਪਣੇ ਜੇਬ ਦੇ ਵਿੱਚ ਬੇਕੀਮਤੀ ਲੱਖਾਂ ਕਰੋੜਾਂ ਰੁਪਈਏ ਦਾ ਹੀਰਾ ਹੋਵੇ, ਉਹ ਹੀਰਾ ਕਿਤੇ ਰਸਤੇ 'ਚ ਡਿੱਗ ਪਵੇ, ਗੁਆਚ ਜਾਵੇ, ਆਪਾਂ ਕੀ ਕਰਾਂਗੇ? ਰੋਵਾਂਗੇ, ਤੜਫਾਂਗੇ, ਚੀਕਾਂ ਮਾਰਾਂਗੇ, ਸਿਰ ਦੇ ਵਾਲ ਪੱਟਾਂਗੇ, ਹਾਲੋ ਬੇਹਾਲ ਹੋ ਜਾਵਾਂਗੇ ਕਿ ਇੰਨਾ ਕੀਮਤੀ ਹੀਰਾ ਮੇਰਾ ਗੁਆਚ ਗਿਆ। ਉਹ ਹੀਰਾ ਪਰਮੇਸ਼ਰ ਦਾ ਨਾਮ, ਪਰਮੇਸ਼ਰ ਦਾ ਸਿਮਰਨ, ਉਹ ਯਾਦ ਬੱਚੇ ਕੋਲੋਂ ਗਵਾਚ ਜਾਂਦੀ ਹੈ। ਉਹ ਰਤਨ ਗਵਾਚ ਜਾਂਦਾ ਹੈ। ਰੋਵੈ ਰਤਨ ਗਵਾਏ ਕੈ। ਫਿਰ ਮਾਇਆ ਮੋਹ ਹਨੇਰ ਗੁਬਾਰਾ। ਮਾਂ ਦੇ ਗਰਭ ਵਿੱਚ ਰੌਸ਼ਨੀ ਹੁੰਦੀ ਹੈ, ਸੰਸਾਰ 'ਚ ਜਨਮ ਲੈਂਦਿਆਂ ਸਾਰੀ ਹਨੇਰ, ਘੁੱਪ, ਘੋਰ ਅਗਿਆਨਤਾ ਦੇ ਵਿੱਚ ਆ ਜਾਂਦਾ ਹੈ। ਉਹ ਬੱਚਾ ਜਿਹੜਾ 9 ਮਹੀਨੇ ਪੁੱਠਾ ਲਟਕਿਆ, ਓਅੰਕਾਰ, ਓਅੰਕਾਰ ਦੀ ਧੁਨ ਅਲਾਪਦਾ ਸੀ। ਓਅੰਕਾਰ, ਓਅੰਕਾਰ ਉਚਾਰਨ ਕਰਦਾ ਕਰਦਾ ਓਅੰਕਾਰ ਕਿਤੇ ਛੁੱਟ ਗਿਆ, ਭੁੱਲ ਗਿਆ, ਊਆਂ ਊਆਂ ਦੇ ਵਿੱਚ ਤਬਦੀਲ ਹੋ ਗਈ ਉਹਦੀ ਇਹ ਆਵਾਜ਼। ਇਹੀ ਆਵਾਜ਼ ਨਿਕਲਦੀ ਨਾ ਬੱਚੇ ਦੀ ਰੋਣ ਲੱਗਿਆ, ਊਆਂ ਊਆਂ ਦੀ। ਓਅੰਕਾਰ ਤੋਂ ਊਆਂ ਤੱਕ ਸੀਮਤ ਰਹਿ ਗਿਆ। ਹੌਲੀ ਹੌਲੀ 2, 4, 6 ਮਹੀਨੇ ਉਹ ਪਵਿੱਤਰ ਰੋਣਾ, ਉਹ ਓਅੰਕਾਰ ਦੀ ਅੱਧੀ ਊਆਂ ਆਵਾਜ਼ ਇਹ ਵੀ ਇਹਦੇ ਕੋਲੋਂ ਗਵਾਚ ਜਾਂਦੀ ਹੈ। ਹੁਣ ਬੰਦਾ ਰੋਂਦਾ, ਇਹਨਾਂ ਦਾ ਰੋਣ ਦਾ ਤਰੀਕਾ, ਰੋਣ ਦੀ ਆਵਾਜ਼ ਵੀ ਬਦਲ ਗਈ। ਊਆਂ ਕਰਕੇ ਨਹੀਂ ਰੋਣਾ। ਉਹ ਰੋਵੈ ਦੁੱਖ ਆਪਣਾ, ਹੱਸ ਹੱਸ ਗਾਵੈ ਸਭ ਪਰਵਾਰਾ। ਉਹ ਬੱਚਾ ਆਪਣੇ ਦੁੱਖ ਨੂੰ ਰੋਂਦਾ ਹੈ ਕਿ ਮੈਂ ਕਿੱਥੇ ਫਸ ਗਿਆ, ਕਿਤੇ ਹਨੇਰੇ ਵਿੱਚ ਆ ਗਿਆ, ਅਤੇ ਪਰਿਵਾਰ ਖੁਸ਼ੀਆਂ ਮਨਾਉਂਦਾ ਹੈ।
ਉਹ ਰੱਬ ਤੋਂ ਟੁੱਟ ਕੇ ਸੰਸਾਰ 'ਚ ਆਇਆ ਅਤੇ ਪਰਿਵਾਰ ਖੁਸ਼ੀਆਂ ਮਨਾਉਂਦਾ ਕਿ ਬੱਚਾ ਜਨਮਿਆ। ਹੁਣ ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਬੰਦਿਆ, ਅੱਜ ਤੂੰ ਇਹ ਸਰੀਰ ਲਈ ਬੈਠਾ ਹੈ, ਸਰੀਰ ਤੇਰਾ ਸਿੱਧਾ ਹੈ, ਪੈਰ ਠਾਹ ਨੂੰ, ਸਿਰ ਤਾਂ ਨੂੰ, ਇਹ ਸਿੱਧਾ ਸਰੀਰ ਆਪਾਂ ਮੰਨਦੇ ਹਾਂ ਇਹਨੂੰ। ਫਿਰ ਬੰਦਾ ਇੰਨਾ ਦੁਖੀ ਕਿਉਂ ਆ? ਮਾਂ ਦੇ ਗਰਭ 'ਚ ਪੁੱਠਾ ਲਟਕਦਾ ਸੀ, ਉੱਥੇ ਵੀ ਦੁਖੀ ਨਹੀਂ ਸੀ। ਜੇ ਅੱਜ ਆਪਾਂ ਨੂੰ ਕੋਈ ਪੁੱਠਾ ਲਟਕਾ ਦੇਵੇ, 5 ਤੋਂ 6 ਮਿੰਟ ਨਹੀਂ ਚੜ੍ਹਦਾ, ਉਸੇ ਵੇਲੇ ਰਾਮ ਨਾਮ ਸੱਤ ਹੋ ਜਾਂਦਾ ਹੈ। ਕਾਰਨ ਅੱਜ ਆਪਾਂ ਸਿੱਧੇ ਹੁੰਦੇ ਹੋਏ ਵੀ ਪੁੱਠੇ ਹੋ ਗਏ ਹਾਂ, ਰੱਬ ਤੋਂ ਟੁੱਟ ਗਏ ਹਾਂ, ਸਿਮਰਨ ਯਾਦ ਬੰਦਗੀ ਭੁੱਲ ਗਿਆ ਈ, ਤਾਂ ਇਹ ਸਮੁੱਚਾ ਸੰਸਾਰ ਦੁਖੀ ਹੈ, ਪਰੇਸ਼ਾਨ ਹੈ। ਉਹ 9 ਮਹੀਨੇ ਭਾਵੇਂ ਸਰੀਰ ਸਾਡਾ ਪੁੱਠਾ ਸੀ, ਪਰ ਬਿਰਤੀ ਸੁਰਤ ਸੋਚ ਉਹ ਸਿੱਧੀ ਸੀ, ਰੱਬ ਦੇ ਨਾਲ ਜੁੜੀ ਹੋਈ ਸੀ। ਹੁਣ ਸਰੀਰ ਭਾਵੇਂ ਸਿੱਧੇ ਹੋ ਗਏ, ਬਿਰਤੀ ਸਾਡੀ ਪੁੱਠੀ ਹੋ ਗਈ, ਰੱਬ ਤੋਂ ਬੇਮੁਖ ਹੋ ਗਏ। ਮਨ ਜਿਹੜੇ ਸੀਗੇ ਇਹ ਰੱਬ ਤੋਂ ਉਲਟ ਹੋ ਗਏ। ਸੋ ਇਸ ਵਾਸਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੇ ਇਹ ਸਰੀਰ ਦਿੱਤਾ ਹੈ, ਸਰੀਰ ਦੇ ਬਾਰੇ ਭਗਤ ਕਬੀਰ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ। ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪਰਾ, ਪੁੱਜੈ ਨਾ ਰਤਨ ਕਰੋੜ। ਕਬੀਰ ਸਾਹਿਬ ਜੀ ਕਹਿੰਦੇ ਨੇ, ਬੰਦਿਆ ਜੈਸੀ ਉਪਜੀ ਪੇੜ ਤੇ, ਜਨਮ ਲੈਣ ਸਮੇਂ ਵੀ ਜਿਹੜੀ ਤੇਰੀ ਅਵਸਥਾ ਸੀ, ਉਹਾਂ ਭਾਵੇਂ ਅੱਧਾ ਸਿਮਰਨ ਅੱਧਾ ਅੱਖਰ ਤੇਰੇ ਕੋਲ ਰਹਿ ਗਿਆ ਸੀਗਾ, ਓਅੰਕਾਰ ਤੋਂ ਉਹਾਂ 'ਚ ਤਬਦੀਲ ਹੋ ਗਿਆ। ਜੋ ਤੈਸੀ ਨਿਭੈ ਓੜ, ਉਹੀ ਸੁਰਤ, ਉਹੀ ਸਿਮਰਨ, ਉਹੀ ਯਾਦ, ਉਹੀ ਬੰਦਗੀ, ਉਹੀ ਇਕਾਗਰਤਾ ਜੇ ਅਖੀਰ ਸਵਾਸ ਤੱਕ ਤੇਰੀ ਇਵੇਂ ਨਿਭ ਜਾਂਦੀ, ਜੇ ਇਵੇਂ ਹੀ ਤੂੰ ਸਿਮਰਨ ਵਿੱਚ ਜੁੜਿਆ ਰਹਿੰਦਾ ਅਖੀਰ ਤੱਕ, ਤੇ ਹੀਰਾ ਕਿਸਕਾ ਬਾਪੜਾ, ਪੁੱਜੇ ਨਾ ਰਤਨ ਕਰੋੜ। ਹੀਰੇ ਤੱਕ ਇਹ ਕਰੋੜਾ ਰਤਨ ਵੀ ਤੇਰੇ ਬਰਾਬਰ ਨਹੀਂ ਪੁੱਜ ਸਕਦੇ। ਤਾਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਇਹ ਹੀਰੇ ਵਰਗਾ ਜਨਮ, ਰਤਨਾ ਵਰਗਾ ਜਨਮ, ਮਨੁੱਖ ਇਹਨੂੰ ਵਿਸ਼ੇ ਵਿਕਾਰਾਂ ਦੇ ਵਿੱਚ, ਧੰਦਿਆਂ ਦੇ ਵਿੱਚ, ਮੋਹ ਮਾਇਆ ਦੇ ਵਿੱਚ ਪੈ ਕੇ ਕੌਡੀਆਂ ਦੇ ਭਾਅ ਗਵਾਰਿਆ। ਇਹ ਹੈ ਸਾਡਾ ਪਰਮ ਪ੍ਰਯੋਜਨ। ਪ੍ਰਯੋਜਨ ਤਾਂ ਇਹੀ ਹੈ ਕਿ ਦੁਨੀਆ ਨੂੰ, ਪਰਿਵਾਰ ਨੂੰ, ਸਮਾਜ ਨੂੰ, ਦੇਸ਼ ਨੂੰ, ਇਲਾਕੇ ਨੂੰ ਸਾਫ ਸੁਥਰਾ ਰੱਖਣਾ, ਵਾਤਾਵਰਣ ਸਵੱਛ ਰੱਖਣਾ, ਸਰੀਰ ਨੂੰ ਸਵੱਛ ਰੱਖਣਾ ਹੈ। ਇਹ ਸਾਡਾ ਪ੍ਰਯੋਜਨ ਹੈ। ਦੁਨੀਆ ਵਿੱਚ ਆਉਣ ਦਾ ਪਰਮ ਪ੍ਰਯੋਜਨ ਸਾਡਾ ਇਹ ਹੈ, ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਕੇ ਇਸ ਮਨੁੱਖਾ ਜਨਮ ਨੂੰ, ਇਸ ਵਾਰੀ ਨੂੰ ਸਫਲ ਕਰ ਲੈਣਾ। ਅੱਜ ਮਾਘ ਮਹੀਨੇ ਦੀ ਪਾਵਨ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ। ਅੱਜ ਦੇ ਦਿਨ ਨੂੰ ਆਪਾਂ ਕੀ ਆਖਦੇ ਹਾਂ? ਸੰਗਰਾਂਦ। ਵਾਸਤਵ ਦੇ ਵਿੱਚ ਇਹਦਾ ਜਿਹੜਾ ਅਸਲੀ ਨਾਮ ਹੈ ਨਾ, ਉਹ ਹੈ ਸੰਕਰਾਤ। ਇਸ ਤੋਂ ਵੀ ਇਹਦਾ ਅਸਲ ਜਿਹੜਾ ਸ਼ਬਦ ਇਹ ਨਿਕਲ ਕੇ ਆਇਆ ਸੰਕ੍ਰਾਂਤੀ। ਅੱਜ ਵੀ ਸਨਾਤਨ ਧਰਮ ਦੇ ਵਿੱਚ ਇਸ ਨੂੰ ਮਕਰ ਸੰਕ੍ਰਾਂਤੀ ਆਖਦੇ ਨੇ। ਸੰਗਰਾਂਦ ਕੋਈ ਵੀ ਹੋਵੇ, ਕਿਸੇ ਮਹੀਨੇ ਦੀ ਵੀ ਹੋਵੇ, ਇਹਦਾ ਅਸਲੀ ਨਾਮ ਸੰਕ੍ਰਾਂਤੀ ਹੈ। ਸੰਕ੍ਰਾਂਤੀ ਤੋਂ ਸੰਕਰਾਂਤ ਬਣ ਗਿਆ, ਸੰਕਰਾਂਤ ਤੋਂ ਸੰਗਰਾਂਦ ਬਣ ਗਿਆ। ਬਹੁਤ ਸਾਰੇ ਸ਼ਬਦ ਨੇ ਜਿਹੜੇ ਬਦਲੇ ਹਨ। ਅਸਲੀ ਸ਼ਬਦ ਕੀ ਸੀਗਾ? ਗੋਹੁਜ ਥਲੀ।
ਗੁਜ ਦਾ ਅਰਥ ਹੁੰਦਾ ਗੁਪਤ ਖਜ਼ਾਨੇ ਦੀ ਥੈਲੀ। ਜਿਵੇਂ ਲੋਕ ਬਜ਼ੁਰਗ ਪਹਿਲਾਂ ਰੱਖਦੇ ਸੀਗੇ ਪੈਸੇ ਥੈਲੀ 'ਚ ਪਾ ਕੇ, ਉਹਨੂੰ ਗੁਜ ਥੱਲੀ ਕਹਿੰਦੇ ਸੀ। ਹੌਲੀ ਹੌਲੀ ਸ਼ਬਦ ਹੁਣ ਸ਼ਾਰਟਕਟ ਵਿੱਚ ਗੁਥਲੀ ਬਣ ਗਿਆ। ਇਸੇ ਤਰ੍ਹਾਂ ਸੰਕ੍ਰਾਂਤੀ ਤੋਂ ਸੰਗਰਾਂਦ ਬਣ ਗਿਆ। ਹੁਣ ਇਹਦਾ ਮੀਨਿੰਗ ਅਰਥ ਕੀ ਹੈ? ਸੰਗ ਜਮਾ ਕ੍ਰਾਂਤੀ। ਸੰਗ ਦਾ ਅਰਥ ਹੁੰਦਾ ਭਲੀ ਪ੍ਰਕਾਰ, ਚੰਗੀ ਤਰ੍ਹਾਂ। ਕ੍ਰਾਂਤੀ ਦਾ ਅਰਥ ਹੁੰਦਾ ਤਬਦੀਲੀ ਆਉਣੀ, ਚੇਂਜਿੰਗ ਆਉਣੀ। ਅੱਜ ਦੇ ਦਿਨ ਕੁਦਰਤ ਦੇ ਨਿਯਮਾਂ ਦੇ ਵਿੱਚ, ਪ੍ਰਕਿਰਤੀ ਦੇ ਨਿਯਮਾਂ ਵਿੱਚ, ਮੌਸਮ ਦੇ ਵਿੱਚ, ਵਾਤਾਵਰਣ ਦੇ ਵਿੱਚ ਕ੍ਰਾਂਤੀ ਆਉਂਦੀ ਹੈ, ਤਬਦੀਲੀ ਹੁੰਦੀ ਹੈ। ਇਸ ਕਰਕੇ ਇਹਦਾ ਨਾਮ ਹੈ ਸੰਕਰਾਂਤ ਜਾਂ ਸੰਗਰਾਂਦ। ਅੱਜ ਦੇ ਦਿਨ ਜਾਂ ਸੰਗਰਾਂਦ ਵਾਲੇ ਦਿਨ ਗਰਮੀ ਘਟਦੀ ਹੈ ਜਾਂ ਸਰਦੀ ਘਟਦੀ ਹੈ, ਕੁਛ ਬਦਲਾਅ ਮੌਸਮ ਦੇ ਵਿੱਚ ਆਉਂਦਾ ਹੈ। ਅੱਜ ਦੇ ਦਿਨ ਇਸ ਕਰਕੇ ਇਹਦਾ ਨਾਮ ਹੈ ਸੰਕ੍ਰਾਂਤੀ। ਸੰਗ ਭਲੀ ਪ੍ਰਕਾਰ, ਮੌਸਮ ਦੇ ਵਿੱਚ ਤਬਦੀਲੀ ਆਉਣੀ, ਕਿਉਂਕਿ ਅੱਜ ਦੇ ਦਿਨ ਸੂਰਜ ਆਪਣੀ ਰਾਸ਼ੀ ਨੂੰ ਛੱਡ ਕੇ ਦੂਸਰੀ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਦਾ ਹੈ। ਜਦੋਂ ਸੂਰਜ ਦੂਜੀ ਰਾਸ਼ੀ 'ਚ ਪ੍ਰਵੇਸ਼ ਕਰੇ ਅਤੇ ਉਦੋਂ ਮੌਸਮ ਦੇ ਵਿੱਚ ਬਦਲਾਅ ਆਉਂਦਾ, ਉਦੋਂ ਸੰਗਰਾਂਦ ਹੁੰਦੀ ਹੈ। ਇਉਂ ਗੁਰਬਾਣੀ 'ਚ ਲਿਖਿਆ, ਸੂਰਜ ਏਕੋ ਰੁੱਤ ਅਨੇਕ। 12 ਇਹਦੀਆਂ ਰਾਸ਼ਾਂ ਹਨ। ਰਾਸ ਕਹੋ ਜਾਂ ਰਾਸੀ ਕਹੋ ਜਾਂ ਰਸਤਾ ਕਹੋ। ਜਿਵੇਂ ਆਪਾਂ ਕਿਤੇ ਲੰਮੇ ਸਫ਼ਰ 'ਤੇ ਚੱਲੀਏ, ਕਈ ਹਾਈਵੇ ਆਪਾਂ ਛੱਡਦੇ ਹਾਂ, ਦੂਜੇ 'ਤੇ ਚੜ੍ਹ ਜਾਂਦੇ ਹਾਂ। ਤੋ ਇਸ ਪ੍ਰਕਾਰ ਸੂਰਜ ਨੇ ਅੱਜ ਆਪਣਾ ਰਸਤਾ ਬਦਲਿਆ ਹੈ, ਮਕਰ ਰਾਸ਼ੀ ਦੇ ਵਿੱਚ ਪ੍ਰਵੇਸ਼ ਹੋਇਆ ਹੈ। ਵਿਦਵਾਨ ਲੋਕਾਂ ਨੇ ਸੂਰਜ ਦੇ 22 ਪ੍ਰਕਰਣ ਬਣਾਏ ਨੇ, 22 ਹਿੱਸੇ, 22 ਪਾਰਟ। ਉਹਦੇ ਵਿੱਚੋਂ 6 ਤਾਂ ਰੁੱਤਾਂ ਹੋ ਗਈਆਂ। ਬਸੰਤ ਰੁੱਤ, ਗ੍ਰੀਖਮ ਰੁੱਤ, ਅਤੇ ਫਿਰ ਪਾਵਸ ਰੁੱਤ, ਸਰਦ ਰੁੱਤ, ਹਿਮਕਰ ਰੁੱਤ ਅਤੇ ਸਿਸਰ ਰੁੱਤ। 6 ਰੁੱਤਾਂ ਨੇ ਇਹ। 12 ਮਹੀਨੇ ਨੇ, ਜਿਨ੍ਹਾਂ ਨੂੰ ਆਪਾਂ 12 ਰਾਸ਼ੀਆਂ ਵੀ ਆਖਦੇ ਹਾਂ। ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦੋ, ਅੱਸੂ, ਕੱਤਾ, ਮੱਘਰ, ਪੋਹ, ਮਾਘ, ਫੱਗਣ। ਇਹ ਬਦਕਿਸਮਤੀ ਸਾਡੀ ਹੈ ਕਿ ਅੱਜ ਦੇ ਮੇਰੇ ਖਿਆਲ ਤੋਂ ਨੌਜਵਾਨ ਬੱਚਿਆਂ ਨੂੰ ਤਾਂ ਸਾਡੇ ਮਹੀਨਿਆਂ ਦੇ ਨਾਮਾਂ ਦਾ ਨਹੀਂ ਪਤਾ। ਪੁੱਛਿਓ ਕਿਸੇ ਨੂੰ ਕਿ 12 ਮਹੀਨਿਆਂ ਦੇ ਨਾਮ ਸੁਣਾ, ਜਨਵਰੀ ਫਰਵਰੀ ਤੇ ਫੱਟ ਸੁਣਾ ਦੇਣਗੇ। ਚੇਤ ਵਿਸਾਖ ਨਹੀਂ ਕਿਸੇ ਨੂੰ ਪਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2 ਵੇਰਾ 12 ਮਾਹਾਂ ਦੀ ਬਾਣੀ ਆਉਂਦੀ ਹੈ। ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ, ਮਾਝ ਰਾਗ ਵਿੱਚ 5ਵੇਂ ਪਾਤਸ਼ਾਹ ਜੀ ਦੀ। ਇਹ 2 ਵੇਰਾ 12 ਮਾਹਾਂ ਦੀ ਬਾਣੀ ਵਿੱਚ 12 ਮਹੀਨਿਆਂ ਦੇ ਨਾਮ ਲਿਖੇ ਹੋਏ ਨੇ, ਜ਼ਿਕਰ ਹੈ। ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਵੀ ਹਾਂ, ਸਾਨੂੰ ਮਹੀਨਿਆਂ ਦੇ ਨਾਮਾਂ ਦਾ ਨਹੀਂ ਪਤਾ। ਕਿਤੇ ਵੀ ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਨਹੀਂ ਲਿਖਿਆ ਹੋਇਆ। ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੇ ਵਿੱਚ ਵੀ 2 12 ਮਾਹ ਹਨ। ਟਸ ਕਿਓ ਨਾ ਹੀਓ, ਕਸ ਕਿਓ ਨਾ ਕਸਾਈ, ਇੱਕ ਇਹ ਤੇ ਇੱਕ ਭਲ ਭਾਗ ਪਿਆ, ਸੰਭਲ ਕੇ ਹਰਜੂ ਹਰਮੰਦਰ ਆਵਾਂਗੇ, ਇੱਕ ਇਹ। 4 12 ਮਾਹ ਸਾਡੇ ਕੋਲ ਨੇ। ਬਦਕਿਸਮਤੀ ਸਾਡੀ ਇਹ ਆ ਕਿ ਸਾਨੂੰ ਮਹੀਨਿਆਂ ਦੇ ਨਾਮ ਨਹੀਂ ਯਾਦ ਹੋਏ ਹਾਲੇ। ਜਨਵਰੀ ਫਰਵਰੀ ਤੇ ਯਾਦ ਨੇ, ਸੰਡੇ ਮੰਡੇ ਸਾਰਿਆਂ ਨੂੰ ਪਤਾ। ਜਿਹੜੇ ਸਾਡੇ ਦਿਨ ਨੇ, ਸਾਡੇ ਮਹੀਨੇ, ਸਾਡੇ ਕੋਲ ਐਡਾ ਵੱਡਾ ਕੈਲੰਡਰ, ਉਹਦੀ ਜਾਣਕਾਰੀ ਹਾਲੇ ਤੱਕ ਨਹੀਂ ਅਸੀਂ ਲੈ ਸਕੇ ਗੁਰੂ ਗ੍ਰੰਥ ਸਾਹਿਬ ਤੋਂ। ਸਿਰਫ ਮੱਥਾ ਟੇਕਣ ਤੱਕ, ਲੰਗਰ ਖਾਣ ਤੱਕ ਸੀਮਤ ਰਹਿ ਗਏ ਹਾਂ।
ਤੋ ਇਸ ਪ੍ਰਕਾਰ 12 ਸੂਰਜ ਦੀਆਂ ਰਾਸ਼ਾਂ ਨੇ, 6 ਰੁੱਤਾਂ ਨੇ। ਪੁੱਛਿਓ ਕਿਸੇ ਨੂੰ ਬਈ ਰੁੱਤ ਕਿੰਨੀਆਂ ਹੁੰਦੀਆਂ ਨੇ? 2 ਮਹੀਨੇ ਦੀ ਇੱਕ ਰੁੱਤ ਹੁੰਦੀ ਹੈ, ਸਾਲ 'ਚ 6 ਰੁੱਤਾਂ ਹੁੰਦੀਆਂ ਨੇ। ਨਹੀਂ ਪਤਾ। 12 ਰਾਸਾਂ, 6 ਰੁੱਤਾਂ, 18। ਤੇ ਇਸ ਪ੍ਰਕਾਰ 2 ਇਹਦੇ ਹਨ, ਉਤਰੈਣ ਤੇ ਦਖਣੈਣ ਸੂਰਜ ਦੇ ਹਿੱਸੇ। ਉਤਰੈਣ ਦਖਣੈਣ ਦਾ ਅਰਥ ਇਹ ਹੁੰਦਾ ਹੈ ਕਿ ਜਿਵੇਂ ਅੱਜ ਕੱਲ੍ਹ ਦੇ ਦਿਨ ਨੇ, ਸੂਰਜ ਜਿਹੜਾ ਹੈ ਇਹ ਸਿਰ ਦੀ ਚੋਟੀ 'ਤੇ ਨਹੀਂ ਆਉਂਦਾ, ਇਹ ਸਾਈਡ ਤੇ ਹੀ ਚੜ੍ਹਦਾ ਅਤੇ ਸਾਈਡ ਤੋਂ ਹੀ ਜਾ ਕੇ ਛਿਪ ਜਾਂਦਾ ਹੈ। 6 ਮਹੀਨੇ ਸੂਰਜ ਉਤਰੈਣ ਵੱਲ ਨੂੰ ਚੱਲਦਾ ਹੈ, 6 ਮਹੀਨੇ ਦਖਣੈਣ ਵੱਲ ਨੂੰ ਚੱਲਦਾ ਹੈ। ਜਦੋਂ ਸੂਰਜ 6 ਮਹੀਨੇ ਉਤਰਾਇਣ ਨੂੰ ਚੱਲਦਾ ਹੈ, ਇਸ ਸ੍ਰਿਸ਼ਟੀ ਦੇ ਕਈ ਇਲਾਕੇ, ਕਈ ਦੇਸ਼ ਆਏ ਜਿਹੇ ਨੇ, ਉੱਥੇ 6 ਮਹੀਨੇ ਦਿਨ ਰਹਿੰਦਾ ਹੈ ਅਤੇ 6 ਮਹੀਨੇ ਰਾਤ ਹੁੰਦੀ ਹੈ। ਇਹ ਉਤਰਾਇਣ ਦਖਣੈਣ ਸੂਰਜ ਦੇ 2 ਹਿੱਸਿਆਂ ਕਰਕੇ ਹੈ। ਫਿਰ 2 ਹਿੱਸੇ ਇਹਦੇ ਹੋਰ ਨੇ, ਉਹਦਾ ਨਾਮ ਹੈ ਪੂਰਬਾਰਧ ਅਤੇ ਉੱਤਰਾਰਧ। 22 ਹਿੱਸੇ ਹੋ ਗਏ। 12 ਰਾਸਾਂ, 6 ਰੁੱਤਾਂ, 18। ਉਤਰੈਣ ਤੇ ਦਖਣੈਣ 20, ਪੂਰਬਾਰਧ ਤੇ ਉੱਤਰਾਰਧ 22। ਪੂਰਬਾਰਧ ਉੱਤਰਾਰਧ ਦਾ ਮਤਲਬ ਅਰਥ ਇਹ ਹੁੰਦਾ ਹੈ ਕਿ ਜਦੋਂ ਸੂਰਜ ਪੂਰਬ ਦਿਸ਼ਾ ਵੱਲ ਨੂੰ ਚੜ੍ਹਦਾ ਹੈ ਨਾ, 2 ਪਹਿਰ ਜਦੋਂ ਹੋ ਜਾਂਦੇ ਨੇ, 3 ਘੰਟੇ ਦਾ ਇੱਕ ਪਹਿਰ ਹੁੰਦਾ, 6 ਘੰਟੇ ਬਾਅਦ 2 ਪਹਿਰ 12 ਵਜੇ ਸੂਰਜ ਸਿਰ ਦੀ ਚੋਟੀ 'ਤੇ ਆ ਜਾਂਦਾ ਹੈ। ਉਦੋਂ ਤੱਕ ਇਹ ਸੂਰਜ ਉੱਤੇ ਨੂੰ ਚੜ੍ਹਦਾ ਹੈ। ਫਿਰ 12 ਵਜੇ ਤੋਂ ਬਾਅਦ ਹੇਠਾਂ ਨੂੰ ਉਤਰਨਾ ਸ਼ੁਰੂ ਹੋ ਜਾਂਦਾ, ਇਹਦਾ ਨਾਮ ਉੱਤਰਾਰਧ ਹੈ। ਪੂਰਬ ਤੋਂ ਚੜ੍ਹਨਾ, ਉੱਤਰ ਨੂੰ ਜਾ ਕੇ ਹੇਠਾਂ ਨੂੰ ਉਤਰ ਜਾਣਾ, ਛਿਪ ਜਾਣਾ। ਤੋ ਇਸ ਪ੍ਰਕਾਰ ਇਹ 22 ਹਿੱਸੇ ਸੂਰਜ ਦੇ ਬਣੇ ਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ, ਜਿਨ੍ਹਾਂ ਨੇ ਇੱਕ ਗ੍ਰੰਥ ਬਣਾਇਆ ਜਿਹਦਾ ਨਾਮ ਹੈ ਸੂਰਜ ਪ੍ਰਕਾਸ਼। ਆਪ ਸੰਗਤਾਂ ਨੇ ਸੁਣਿਆ ਹੋਵੇਗਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਸ ਗ੍ਰੰਥ ਦਾ ਨਾਮ ਸੂਰਜ ਪ੍ਰਕਾਸ਼ ਤਾਂ ਰੱਖਿਆ, ਜਿਵੇਂ ਸੂਰਜ ਪ੍ਰਕਾਸ਼ ਦਿੰਦਾ, ਤਿਵੇਂ ਇਹ ਗ੍ਰੰਥ ਵਿੱਚ 10 ਗੁਰੂ ਸਾਹਿਬਾਨਾਂ ਦੇ ਜੀਵਨ ਦਾ ਇਤਿਹਾਸ ਹੈ ਅਤੇ ਇਹ ਗਿਆਨ ਅਤੇ ਪ੍ਰਕਾਸ਼ ਵਿੱਚ ਪਾਇਆ ਹੋਇਆ। ਅਤੇ ਭਾਈ ਸਾਹਿਬ ਜੀ ਨੇ ਵੀ ਇਸ ਗ੍ਰੰਥ ਦੇ 22 ਹਿੱਸੇ ਜਾਂ 22 ਪਾਰਟ ਬਣਾਏ ਨੇ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਬਣਾਇਆ ਪੂਰਬਾਰਧ ਅਤੇ ਉੱਤਰਾਰਧ, ਜਿਹਦੇ 'ਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਨਮ ਤੋਂ ਲੈ ਕੇ ਜਦੋਂ ਤੱਕ ਸਤਿਗੁਰੂ ਜੀ ਉਦਾਸੀਆਂ 'ਤੇ ਜਾਂਦੇ ਨੇ, ਉਦੋਂ ਤੱਕ ਪੂਰਬਾਰਧ ਦੀ ਕਥਾ ਚੱਲਦੀ ਹੈ। ਜਿਵੇਂ ਸੂਰਜ ਸਵੇਰੇ ਅੰਮ੍ਰਿਤ ਵੇਲੇ ਪੂਰਬ ਦਿਸ਼ਾ ਤੋਂ ਚੜ੍ਹਦਾ ਹੈ। ਫਿਰ ਉੱਤਰਾਰਧ ਦੂਸਰੇ ਹਿੱਸੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਉਦਾਸੀਆਂ ਅਤੇ ਜੋਤੀ ਜੋਤ ਸਮਾਉਣਾ। ਫਿਰ 12 ਰਾਸਾਂ ਅਤੇ 6 ਰੁੱਤਾਂ ਦੀ ਕਥਾ ਬਣਾਈਆਂ। ਉਹਦੇ ਵਿੱਚ ਭਾਈ ਸਾਹਿਬ ਜੀ ਨੇ ਫਿਰ 9 ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ ਹੈ। ਫਿਰ ਉਤਰੈਣ ਅਤੇ ਦਖਣੈਣ ਦੇ ਵਿੱਚ 10ਵੇਂ ਪਾਤਸ਼ਾਹ ਜੀ ਦਾ ਜੀਵਨ ਲਿਖਿਆ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਚੱਲਦੇ ਨੇ ਦੱਖਣ ਵੱਲ, ਉਹ ਸਾਰੀ ਕਥਾ ਦਖਣੈਣ ਵਿੱਚ ਆਉਂਦੀ ਹੈ। ਜਿਵੇਂ ਦਖਣੈਣ ਵਿੱਚ ਜਾ ਕੇ ਸੂਰਜ ਛਿਪ ਜਾਂਦਾ ਹੈ, ਉੱਥੇ ਸਤਿਗੁਰੂ 10ਵੇਂ ਪਾਤਸ਼ਾਹ ਜਾ ਕੇ ਜੋਤੀ ਜੋਤ ਸਮਾਉਂਦੇ ਨੇ। ਇਸ ਤਰੀਕੇ ਦੇ ਨਾਲ ਸਾਰਾ ਸੂਰਜ ਪ੍ਰਕਾਸ਼ ਗ੍ਰੰਥ ਭਾਈ ਸਾਹਿਬ ਜੀ ਨੇ 22 ਪਾਰਟ 22 ਹਿੱਸਿਆਂ ਵਿੱਚ ਬਣਾਇਆ। ਇਹ ਸੂਰਜ ਏਕੋ ਰੁੱਤ ਅਨੇਕ, ਸੂਰਜ ਇੱਕੋ ਹੀ ਆ। 6 ਰੁੱਤਾਂ, 12 ਰਾਸਾਂ, ਪੂਰਬਾਰਧ, ਉੱਤਰਾਰਧ, ਉਤਰੈਣ ਅਤੇ ਦਖਣੈਣ, 22 ਹਿੱਸੇ ਹੋ ਗਏ। ਅੱਜ ਮਾਘ ਦੀ ਸੰਗਰਾਂਦ ਹੈ। ਸਨਾਤਨ ਮਤ ਦੇ ਅਨੁਸਾਰ ਜਿਵੇਂ ਵੇਦ ਸ਼ਾਸਤਰਾਂ ਦੇ ਵਿੱਚ ਕਥਨ ਕੀਤਾ ਗਿਆ ਹੈ ਕਿ ਸਤਿਯੁਗ ਦੇ ਜਿਹੜੇ ਰਿਸ਼ੀ ਮੁਨੀ ਮਹਾਂਪੁਰਸ਼ ਸੀਗੇ,
ਉਹਨਾਂ ਨੇ ਇੱਕ ਦਿਨ ਤੈਅ ਕੀਤਾ ਦੇਵਤਿਆਂ ਨੂੰ ਖੁਸ਼ ਕਰਨ ਦਾ, ਦੇਵਤਿਆਂ ਨੂੰ ਪ੍ਰਸੰਨ ਕਰਨ ਦਾ। ਦੇਵਤਿਆਂ ਨੂੰ ਪ੍ਰਸੰਨ ਕਰਨ ਦਾ ਤਰੀਕਾ ਕੀ ਹੈ? ਕਿਸੇ ਬੰਦੇ ਨੂੰ ਭੋਜਨ ਕਰਾ ਕੇ ਪ੍ਰਸੰਨ ਕੀਤਾ ਜਾਂਦਾ ਹੈ, ਖੁਸ਼ੀ ਲਈ ਜਾਂਦੀ ਹੈ। ਅਤੇ ਇਹਨਾਂ ਨੇ ਜਿਵੇਂ ਅੱਜ ਮਾਘ ਦੀ ਸੰਗਰਾਂਦ ਹੈ ਨਾ, ਕੱਲ੍ਹ ਦਾ ਜਿਹੜਾ ਦਿਨ ਨਿਕਲ ਗਿਆ ਲੋਹੜੀ ਦਾ ਦਿਨ, ਸ਼ਾਮ ਨੂੰ ਆਪਾਂ ਸਾਰਿਆਂ ਨੇ ਅੱਗ ਮਚਾਈ ਹੋਵੇਗੀ, ਅੱਗ ਦੇ ਦੁਆਲੇ ਬੈਠੇ ਹੋਣਗੇ। ਪਹਿਲਾਂ ਉਹਦੇ ਵਿੱਚ ਰਿਉੜੀਆਂ, ਮੂੰਗਫਲੀਆਂ, ਘਿਓ, ਤਿਲ ਪਾਏ ਹੋਣਗੇ, ਮੱਥਾ ਵੀ ਟੇਕਿਆ ਹੋਊ। ਉਸ ਤੋਂ ਬਾਅਦ ਉਹਦੇ ਆਲੇ ਦੁਆਲੇ ਸ਼ਰਾਬਾਂ ਪੀ ਕੇ ਨੱਚੇ ਵੀ ਹੋਣਗੇ, ਮੂੰਗਫਲੀਆਂ ਖਾ ਖਾ ਕੇ ਜੂਠੇ ਛਿਲਕ ਵਿੱਚ ਵੀ ਸਿੱਟ। ਪਹਿਲਾਂ ਪੂਜਾ ਕਰਤੀ, ਫਿਰ ਬੇਅਦਬੀ ਕਰਤੀ। ਕੀਤਾ ਹੋਣਾ ਨਾ, ਹੁੰਦਾ ਇਵੇਂ ਹੀ। ਇਵੇਂ ਹੀ ਰਿਸ਼ੀ ਮੁਨੀਆਂ ਨੇ ਜਿਹੜੀ ਅੱਗ ਹੈ ਨਾ, ਇਹ ਦੇਵਤਿਆਂ ਦੀ ਜੀਭ ਮੰਨੀ ਗਈ ਹੈ। ਜਿਹੜਾ ਹਵਨ ਕਰਨਾ ਇਹ ਦੇਵਤਿਆਂ ਦਾ ਮੂੰਹ ਹੈ। ਥਾਂ ਨੂੰ ਲੇਪਨ ਕਰਕੇ, ਲੱਕੜਾਂ ਇਕੱਠੀਆਂ ਕਰਕੇ, ਅੱਗ ਬਾਲ ਕੇ ਆਲੇ ਦੁਆਲੇ ਰਿਸ਼ੀ ਮੁਨੀ ਬੈਠਦੇ, ਮੰਤਰਾਂ ਦਾ ਜਾਪ ਕਰਦੇ, ਵਿੱਚ ਦੇਸੀ ਘਿਓ ਪਾਉਂਦੇ, ਖੰਡ ਪਾਉਂਦੇ, ਗੁੜ ਪਾਉਂਦੇ, ਤਿਲ ਪਾਉਂਦੇ, ਸਮੱਗਰੀ ਪਾਉਂਦੇ। ਇਉਂ ਦੇਵਤਿਆਂ ਤੱਕ ਕਹਿੰਦੇ ਸਾਡਾ ਭੋਜਨ ਪਹੁੰਚ ਗਿਆ। ਅੱਗ ਦੇਵਤਿਆਂ ਦੀ ਜੀਭ ਹੈ, ਅੱਗ ਦਾ ਥਾਂ ਜਿਹੜਾ ਇਹ ਦੇਵਤਿਆਂ ਦਾ ਮੂੰਹ ਹੈ। ਤਰੀਕੇ ਦੇ ਨਾਲ ਉਹਨਾਂ ਨੇ ਇਹ ਸੰਕੇਤ ਬਣਾਇਆ ਹੋਇਆ ਸੀ ਦੇਵਤਿਆਂ ਨੂੰ ਖੁਸ਼ ਕਰਨ ਦਾ। ਅਤੇ ਆਪਾਂ ਕੀ ਕਰਦੇ ਹਾਂ? ਕਲਯੁਗ ਦੇ ਵਿੱਚ ਕਲਯੁਗੀ ਬੰਦੇ ਦੀ ਬੁੱਧੀ ਭ੍ਰਸ਼ਟ ਹੋ ਗਈ। ਲੋਹੜੀ ਵਾਲੇ ਦਿਨ ਸ਼ਰਾਬਾਂ ਪੀ ਕੇ ਅਤੇ ਇਹਨਾਂ ਨੇ ਇਹਨਾਂ ਤਿਉਹਾਰ ਜਿਹੜੇ ਪਵਿੱਤਰ ਤਿਉਹਾਰ ਸੀ ਸਨਾਤਨ ਮਤ ਦੇ, ਸਾਡੇ ਨਹੀਂ, ਇਹਨਾਂ ਪਵਿੱਤਰ ਤਿਉਹਾਰਾਂ ਨੂੰ ਅਪਵਿੱਤਰ ਕੀਤਾ, ਮਲੀਨ ਕੀਤਾ, ਸ਼ਰਾਬ ਦਾ ਦਿਹਾੜਾ ਬਣਾ ਲਿਆ। ਸਾਰੀ ਰਾਤ ਇਉਂ ਦੇਵਤਿਆਂ ਦੀ ਪੂਜਾ ਕਰਦੇ, ਰਿਸ਼ੀ ਮੁਨੀ ਬੈਠੇ ਰਹਿੰਦੇ ਅੱਗ ਦੇ ਦੁਆਲੇ, ਮੰਤਰਾਂ ਦਾ ਜਾਪ ਕਰਦੇ। ਅਗਲਾ ਦਿਨ ਜਦੋਂ ਚੜ੍ਹਦਾ ਕਿ ਅੱਜ ਦੇ ਦਿਨ ਸੂਰਜ ਨੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨਾ ਹੈ, ਇਉਂ ਸਾਰੇ ਰਿਸ਼ੀ ਮੁਨੀ ਉਸ ਹਵਨ ਤੋਂ, ਜੱਗ ਤੋਂ ਉੱਠ ਕੇ ਕਿਸੇ ਖਾਟ, ਜਿਹੜਾ ਖਾਸ ਬਣਿਆ ਹੁੰਦਾ ਸੀ ਸਥਾਨ, ਪਵਿੱਤਰ ਨਦੀ ਦਾ ਕਿਨਾਰਾ, ਉੱਥੇ ਜਾ ਕੇ ਇਸ਼ਨਾਨ ਕਰਕੇ ਫਿਰ ਉੱਥੇ ਨਦੀ 'ਚ ਖੜ੍ਹ ਕੇ ਮੰਤਰਾਂ ਦਾ ਜਾਪ ਕਰਨਾ ਅਤੇ ਦਾਨ ਪੁੰਨ ਲੈਣਾ ਅਤੇ ਦਾਨ ਪੁੰਨ ਕਰਨਾ। ਇਹ ਫਿਰ ਅੱਜ ਦੇ ਦਿਨ ਅੰਮ੍ਰਿਤ ਵੇਲੇ ਇਹ ਕਰਮ ਹੁੰਦਾ ਸੀ। ਇਸ ਤਰੀਕੇ ਦੇ ਨਾਲ ਫਿਰ ਕਰਕੇ ਸੂਰਜ ਦੇਵਤੇ ਨੂੰ ਪ੍ਰਸੰਨ ਕੀਤਾ ਜਾਂਦਾ ਸੀ। ਨਦੀ 'ਚ ਖੜ੍ਹ ਕੇ ਸੂਰਜ ਨੂੰ ਪਾਣੀ ਦੇਣਾ, ਇਸ਼ਨਾਨ ਕਰਨਾ। ਇਉਂ ਇਹ 2 ਦਿਨ ਸਾਲ ਦੇ ਵਿੱਚ ਉਹਨਾਂ ਨੇ ਤੈਅ ਕੀਤੇ ਸੀਗੇ ਕਿ ਇੱਕ ਦਿਨ ਭਾਵ ਰਾਤ ਜਿਹੜੀ ਨਿਕਲੀ ਹੈ ਕੱਲ੍ਹ ਦੀ, ਉਹਦੇ ਸਾਰੇ ਦੇਵਤਿਆਂ ਨੂੰ ਪ੍ਰਸੰਨ ਕਰਨਾ, ਆਪੋ ਆਪਣੇ ਦੇਵਤਿਆਂ ਨੂੰ ਭੋਜਨ ਉਹਨਾਂ ਨੂੰ ਪਹੁੰਚਦਾ ਕਰਨਾ ਅੱਗ ਦੇ ਜ਼ਰੀਏ। ਅਗਲੇ ਦਿਨ ਉੱਠ ਕੇ ਕਿਸੇ ਪਵਿੱਤਰ ਦਰਿਆ ਦੇ ਵਿੱਚ ਜਾਂ ਨਦੀ ਦੇ ਵਿੱਚ ਇਸ਼ਨਾਨ ਕਰਕੇ ਸੂਰਜ ਨੂੰ ਪ੍ਰਸੰਨ ਕਰਨਾ। ਕਿਉਂ? ਕਈ ਲੋਕ ਜਮਨਾ ਨਦੀ 'ਤੇ ਇਸ਼ਨਾਨ ਕਰਦੇ ਨੇ ਅਤੇ ਸੂਰਜ ਦੀ ਜਿਹੜੀ ਆ ਉਹ ਪੂਜਾ ਕਰਦੇ ਨੇ। ਉਹਦਾ ਭਾਵ ਅਰਥ ਇਹ ਹੁੰਦਾ ਕਿ ਜਿਵੇਂ ਗੁਰਬਾਣੀ 'ਚ ਲਿਖਿਆ, ਸੋ ਨਾਮ ਸੁਨੇ ਸੁਤ ਭਾਨ ਡਰਿਓ। ਭਾਨ ਦਾ ਅਰਥ ਹੈ ਸੂਰਜ, ਸੁਤ ਦਾ ਅਰਥ ਹੈ ਪੁੱਤਰ। ਵੇਦ ਸ਼ਾਸਤਰਾਂ ਦੇ ਅਨੁਸਾਰ ਸਨਾਤਨ ਕਥਾ ਇਹ ਹੈ ਕਿ ਜਿਹੜਾ ਧਰਮ ਰਾਜਾ ਹੈ ਸੂਰਜ ਦਾ ਪੁੱਤਰ ਹੈ। ਹੁਣ ਜਿਹੜਾ ਬੰਦਾ ਸੂਰਜ ਦੀ ਪੂਜਾ ਕਰਦਾ ਹੈ, ਸੂਰਜ ਨੂੰ ਪ੍ਰਸੰਨ ਕਰ ਲੈਂਦਾ ਹੈ, ਉਹ ਫਿਰ ਧਰਮ ਰਾਜੇ ਦੀ ਕਚਹਿਰੀ ਤੋਂ, ਨਰਕਾਂ ਤੋਂ, ਜੂਨਾਂ ਤੋਂ ਬਚ ਜਾਂਦਾ ਹੈ ਕਿ ਉਹਦੀ ਫਿਰ ਗਵਾਹੀ ਸੂਰਜ ਭਰਦਾ ਹੈ। ਆਪਣੇ ਪੁੱਤਰ ਧਰਮ ਰਾਜੇ ਨੂੰ ਕਹਿੰਦਾ ਕਿ ਪੁੱਤਰ ਇਹਨੂੰ ਕੁਛ ਨਾ ਕਹੀਂ, ਇਹ ਮੇਰਾ ਉਪਾਸ਼ਕ ਹੈ, ਮੇਰਾ ਪੁਜਾਰੀ ਹੈ। ਸੋ ਗੁਰਬਾਣੀ 'ਚ ਲਿਖਿਆ ਹੈ, ਸੋ ਨਾਮ ਸੁਨੇ ਸੁਤ ਭਾਨ ਡਰਿਓ। ਇਉਂ ਨਾਮ ਨੂੰ ਸੁਣ ਕੇ ਸੂਰਜ ਦਾ ਪੁੱਤਰ ਧਰਮ ਰਾਜਾ ਵੀ ਡਰ ਜਾਂਦਾ ਹੈ। ਇੱਥੋਂ ਗੱਲ ਤੈਅ ਹੋ ਗਈ। ਇਹ ਨਹੀਂ ਕਿ ਹਿੰਦੂ ਮਤ ਦੀ ਕਥਾ ਆ ਜਾਏ ਅਤੇ ਉੱਤੇ ਆਪਾਂ ਕੋਈ ਕਿੰਤੂ ਪਰੰਤੂ ਕਰ ਸਕਦੇ ਹਾਂ ਜੀ, ਇਹ ਨਹੀਂ ਹੈ। ਗੁਰਬਾਣੀ 'ਚ ਲਿਖਿਆ ਤੇ ਹੈ, ਜੇ ਮੰਨਦੇ ਹਾਂ, ਜੇ ਵਿਸ਼ਵਾਸ ਹੈ ਤੇ ਹੈ,
ਇਹੀ ਹੈ। ਔਰ ਗੁਰਬਾਣੀ 'ਚ ਸੱਚੋ ਸੱਚ ਲਿਖਿਆ ਜੋ ਹੈ। ਧਰਮ ਰਾਜਾ ਸੂਰਜ ਦਾ ਪੁੱਤਰ ਹੈ। ਜਿਹੜੀ ਜਮਨਾ ਨਦੀ ਹੈ ਸੂਰਜ ਦੀ ਪੁੱਤਰੀ ਹੈ। ਹੁਣ ਧਰਮ ਰਾਜਾ ਅਤੇ ਜਮਨਾ ਇਹ ਦੋਵੇਂ ਸਕੇ ਭੈਣ ਭਾਈ ਨੇ। ਹੁਣ ਇਹਨਾਂ ਲੋਕਾਂ ਦਾ, ਰਿਸ਼ੀ ਮੁਨੀਆਂ ਦਾ ਸਨਾਤਨੀ ਧਰਮ ਵੇਦ ਸ਼ਾਸਤਰਾਂ ਅਨੁਸਾਰ ਇਹ ਬਣਾਇਆ ਸੀ ਕਿ ਜਮਨਾ ਵਿੱਚ ਇਸ਼ਨਾਨ ਕਰਨਾ, ਜਮਨਾ ਨਦੀ ਦੀ ਪੂਜਾ ਕਰਨਾ। ਇਹਦਾ ਨਾਮ ਹੈ ਜਮਨਾ। ਕਿਉਂ? ਜਮ ਨਾ। ਜਿਹੜਾ ਜਮਨਾ ਦਾ ਪ੍ਰੇਮੀ ਇਸ਼ਨਾਨ ਕਰਦਾ ਹੈ ਨਾ, ਫਿਰ ਜਮਨਾ ਆਪਣੇ ਭਰਾ ਧਰਮ ਰਾਜੇ ਕੋਲੇ ਗਵਾਹੀ ਭਰਦੇ, ਵੀਰਿਆ ਇਹਨੂੰ ਕੁਛ ਨਾ ਕਹੀਂ, ਇਹ ਮੇਰਾ ਪੁਜਾਰੀ ਹੈ, ਮੇਰਾ ਉਪਾਸ਼ਕ ਹੈ, ਮੇਰਾ ਪ੍ਰੇਮੀ ਹੈ, ਇਹਦੇ ਨੇੜੇ ਜਮ ਨਾ ਭੇਜੀ। ਇਸ ਕਰਕੇ ਉਹਦਾ ਨਾਮ ਜਮ ਨਾ। ਉਹਦੇ ਨੇੜੇ ਜਮ ਨਹੀਂ ਆ ਸਕਦੇ ਜਿਹੜਾ ਜਮਨਾ ਵਿੱਚ ਇਸ਼ਨਾਨ ਕਰਦਾ ਹੈ। ਇਉਂ ਜਮਨਾ ਦੀ ਪੂਜਾ ਕਰਕੇ ਵੀ ਬੰਦਾ ਜਮਾਂ ਤੋਂ ਬਚ ਜਾਂਦਾ ਹੈ, ਧਰਮ ਰਾਜੇ ਦੀ ਕਚਹਿਰੀ ਤੋਂ ਬਚ ਜਾਂਦਾ ਹੈ। ਇਸ ਤਰੀਕੇ ਨਾਲ ਸੂਰਜ ਦੀ ਪੂਜਾ ਕਰਕੇ ਵੀ ਧਰਮ ਰਾਜੇ ਦੀ ਕਚਹਿਰੀ, ਨਰਕਾਂ ਪਾਪਾਂ ਤੋਂ ਬਚ ਜਾਂਦਾ ਹੈ। ਇਉਂ ਸਨਾਤਨ ਧਰਮ ਇਹ ਚੱਲੇ ਹਨ। ਇਉਂ ਜਮਨਾ ਵਿੱਚ ਇਸ਼ਨਾਨ ਕਰਨਾ, ਦੇਵਤਿਆਂ ਨੂੰ ਪ੍ਰਸੰਨ ਕਰਨਾ, ਇਹ ਇਸ ਪ੍ਰਕਾਰ ਇਹ ਤਿਉਹਾਰ ਮਨਾਏ ਜਾਂਦੇ ਸੀ। ਚਲੋ ਇੱਕ ਹੱਦ ਤੱਕ ਜੇ ਆਪਾਂ ਇਸ ਤਰੀਕੇ ਨਾਲ ਮਨਾਈਏ ਫਿਰ ਤਾਂ ਠੀਕ ਹੈ। ਪਰ ਜੇ ਆਪਾਂ ਲੋਹੜੀ ਵਾਲੇ ਦਿਨ ਸ਼ਰਾਬ ਵੰਡੀਏ, ਸ਼ਰਾਬ ਪੀਏ, ਡੀਜੇ ਲਾਈਏ, ਗੰਦੇ ਗਾਣੇ, ਇਹ ਧਰਮ ਨੂੰ ਖਰਾਬ ਕਰਨਾ, ਦੇਸ਼ ਨੂੰ, ਸਮਾਜ ਨੂੰ ਖਰਾਬ ਕਰਨਾ, ਪਰਿਵਾਰ ਨੂੰ ਖਰਾਬ ਕਰਨਾ, ਪਵਿੱਤਰ ਤਿਉਹਾਰਾਂ ਨੂੰ ਮਲੀਨ ਕਰਨਾ ਹੈ। ਸਤਿਗੁਰਾਂ ਨੇ ਸਾਨੂੰ ਸਖਤ ਹਦਾਇਤ ਕੀਤੀ ਹੈ ਕਿ ਤਿਉਹਾਰ ਕਿਵੇਂ ਮਨਾਉਣੇ ਹਨ। ਉਹ ਵੀ ਸੁਣ ਲਵੋ। ਜੇ ਗੁਰੂ ਦੇ ਸਿੱਖੋ, ਤੁਹਾਨੂੰ ਸ਼ੌਂਕ ਹੈ ਨਾ ਮਨਾਉਣ ਦਾ ਤਿਉਹਾਰ, ਮਾਘ ਮੱਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਪੰਕਤੀ ਯਾਦ ਆ ਨਾ ਆਪਾਂ ਸਾਰਿਆਂ ਨੂੰ? ਆ ਪੜ੍ਹੀ ਵੀ ਹੋਵੇਗੀ, ਸਵੇਰੇ ਸੁਣੀ ਵੀ ਹੋਵੇਗੀ। ਮਾਘ ਮੱਜਨ ਸੰਗ ਸਾਧੂਆ। ਮੱਜਨ ਦਾ ਅਰਥ ਹੁੰਦਾ ਇਸ਼ਨਾਨ ਕਰਨਾ, ਮਲ ਮਲ ਕੇ, ਰਗੜ ਰਗੜ ਕੇ ਮੈਲ ਲਾਉਣੀ। ਜਿਵੇਂ ਆਪਾਂ 15-20 ਦਿਨ ਨਾ ਨਹਾਈਏ ਜਾਂ ਪੋਲਾ ਪੋਲਾ ਪਾਣੀ ਪਾ ਕੇ ਨਹਾਉਂਦੇ ਰਹੀਏ, ਮੈਲ ਪੈ ਜਾਂਦੀ ਹੈ। ਫਿਰ ਉਹਨੂੰ ਰਗੜ ਕੇ ਫਿਰ ਮੈਲ ਲਾਉਣੀ ਪੈਂਦੀ, ਇਹਨੂੰ ਮੱਜਨ ਕਿਹਾ ਹੈ। ਇਹ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਓ। ਸਾਡਾ ਮਨ ਇਹਨੂੰ ਜਨਮਾਂ ਜਨਮਾਂਤਰਾਂ ਦੀ, ਪਾਪਾਂ ਦੀ, ਵਿਕਸ਼ੇਪਤਾਈ ਦੀ, ਚੰਚਲਤਾਈ ਦੀ, ਆਵਰਣਤਾ ਦੀ, ਅਗਿਆਨਤਾ ਦੀ, ਇੰਨੀਆਂ ਮੈਲਾਂ ਇਹਨੂੰ ਚਿੰਬੜੀਆਂ ਹੋਈਆਂ, ਕਾਲਾ ਸ਼ਾਹ ਹੋਇਆ ਪਿਆ ਹੈ। ਕਰਨਾ ਕੀ ਹੈ? ਤਿਉਹਾਰ ਕਿਵੇਂ ਮਨਾਉਣਾ? ਮਾਘ, ਮਾਘ ਦਾ ਮਹੀਨਾ ਸ਼ੁਰੂ ਅੱਜ। ਕਰਨਾ ਕੀ ਹੈ? ਮੱਜਨ ਸੰਗ ਸਾਧੂਆ, ਸਾਧੂਆਂ ਦਾ ਸੰਗਤ ਕਰਨਾ ਬਾਈ। ਆਪਾਂ ਸਾਰਾ ਮਹੀਨਾ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ, ਇਸ ਸਿਧਾਂਤ 'ਤੇ ਪਹਿਰਾ ਦੇਣਾ। ਅਤੇ ਇਹ ਪਹਿਲੀ ਪੰਕਤੀ ਜਿਹੜੀ ਹੈ ਨਾ ਅੱਜ ਮਹੀਨੇ ਦੀ, ਇਹ ਯਾਦ ਰੱਖਣੀ ਹੈ, ਤਾਂ ਹੀ ਮਹੀਨਾ ਸਫਲਾ ਹੋਊ। ਇਕੱਲੀ ਯਾਦ ਹੀ ਨਹੀਂ ਰੱਖਣੀ ਅਤੇ ਪਹਿਰਾ ਵੀ ਦੇਣਾ, ਇਹਦੀ ਕਮਾਈ ਵੀ ਕਰਨੀ ਆ। ਸੰਗ ਸਾਧੂਆ, ਸਾਧੂਆਂ ਦੀ ਸੰਗਤ ਕਰਨੀ ਹੈ। ਇਸ਼ਨਾਨ ਕਿਵੇਂ ਕਰਨਾ? ਧੂੜੀ ਕਰ ਇਸ਼ਨਾਨ, ਸਾਧੂਆਂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਨਾ ਹੈ। ਹੁਣ ਧੂੜ ਦਾ ਅਰਥ ਇਹ ਨਹੀਂ ਕਿ ਕਿਸੇ ਮਹਾਤਮਾ ਦੇ ਚਰਨਾਂ ਦੀ ਧੂੜ, ਠੀਕ ਹੈ, ਉਹ ਵੀ ਪਵਿੱਤਰ ਹੈ, ਪਰ ਸਾਧੂਆਂ ਦੀ ਸੇਵਾ ਦੇ ਵਿੱਚ ਰਹਿਣਾ, ਸੰਗਤ ਵਿੱਚ ਰਹਿਣਾ। ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧੂਆਂ ਦੀ ਸੰਗਤ ਵਿੱਚ ਰਹਿ ਕੇ ਨਾ ਕੋਈ ਕਮਾਈ ਕਰਨ ਦੀ, ਕੋਈ ਜਪ ਤਪ ਕਰਨ ਦੀ ਲੋੜ ਨਹੀਂ। ਇਹ ਹੁਣ ਗੁਰਬਾਣੀ ਨੇ ਫੈਸਲਾ ਕਰਤਾ ਕਿ ਸਾਧ ਕੈ ਸੰਗ ਨਹੀਂ ਕਛ ਘਾਲ। ਵੀ ਸਾਧੂਆਂ ਦੇ ਸੰਗਤ ਰਹਿ ਕੇ ਵੀ ਜੇ ਘਾਲਣਾ ਘਾਲੇ, ਫਿਰ ਸਾਧੂਆਂ ਦੀ ਸੰਗਤ ਦਾ ਹੀ ਕੀ ਲਾਭ ਹੋਇਆ? ਬਈ ਇੱਕ ਕੰਮ ਕਰਨਾ ਹੈ ਬਸ, ਸੰਗਤ ਵਿੱਚ ਰਹਿਣਾ ਹੈ,
ਦਰਸ਼ਨ ਭੇਟਤ ਹੋਤ ਨਿਹਾਲ। ਨਿਹਾਲ ਦਾ ਕੀ ਅਰਥ ਹੁੰਦਾ ਹੈ? ਪੜ੍ਹਦੇ ਤੇ ਹਾਂ, ਸੁਣਦੇ ਵੀ ਹਾਂ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਕਹੇ ਵੀ ਪਤਾ ਵੀ ਹੈ ਕਿ ਨਿਹਾਲ ਦਾ ਅਰਥ ਕੀ ਹੁੰਦਾ ਹੈ। ਹਾਲ ਦਾ ਅਰਥ ਹੁੰਦਾ ਦੁੱਖ। ਹਾਂ ਬਈ ਸੁਣਾ ਕੀ ਹਾਲ ਆ ਤੇਰਾ, ਇਹੀ ਕਹਿੰਦੇ ਨਾ। ਮਤਲਬ ਹੁਣ ਕਿਵੇਂ ਆ ਤੇਰਾ ਦੁੱਖ, ਕਿੱਥੋਂ ਆਇਆ ਬਈ? ਉਹ ਹੌਸਪੀਟਲ ਗਏ ਸੀ, ਫਲਾਣਾ ਬੰਦਾ ਦਾਖਲ, ਉਹਦਾ ਹਾਲ ਪੁੱਛ ਕੇ ਆਇਆ। ਮਤਲਬ ਉਹਦਾ ਦੁੱਖ, ਉਹਦਾ ਦਰਦ ਤਕਲੀਫ ਪੁੱਛ ਕੇ ਆਇਆ। ਹਾਲ ਦਾ ਅਰਥ ਹੁੰਦਾ ਹੈ ਦੁੱਖ। ਨੇ ਦਾ ਅਰਥ ਹੁੰਦਾ ਰਹਿਤ, ਬਿਨਾ। ਨੇ ਹਾਲ, ਦੁੱਖਾਂ ਤੋਂ ਬਿਨਾ ਹੋ ਜਾਣਾ, ਤਕਲੀਫਾਂ ਤੋਂ, ਗਮਾਂ ਤੋਂ, ਬਿਮਾਰੀਆਂ ਤੋਂ ਬਿਨਾ ਹੋ ਜਾਣਾ, ਉਹਨੂੰ ਕਹਿੰਦੇ ਨੇ ਨਿਹਾਲ। ਦਰਸ਼ਨ ਭੇਟਤ ਹੋਤ ਨਿਹਾਲ, ਸਾਧੂਆਂ ਦਾ ਦਰਸ਼ਨ ਕਰਕੇ ਬੰਦਾ ਨਿਹਾਲ ਹੋ ਜਾਂਦਾ। ਨਿਹਾਲ ਦਾ ਅਰਥ ਨਾ ਮੁਕਤ ਹੋ ਜਾਂਦਾ ਹੈ। ਜਮਾਂ ਦਾ ਦੁੱਖ, ਨਰਕਾਂ ਦਾ ਦੁੱਖ, ਜੂਨਾਂ ਦਾ ਦੁੱਖ, ਸਾਰੇ ਦੁੱਖ ਚੱਕੇ ਜਾਂਦੇ ਨੇ। ਤੋ ਇਹ ਕੰਮ ਕਰਨਾ ਕਿ ਸਾਧੂਆਂ ਦੀ ਕੇਵਲ ਸੰਗਤ ਕਰਨੀ ਹੈ, ਸਾਧੂਆਂ ਦਾ ਦਰਸ਼ਨ ਕਰਨਾ, ਇੰਨੇ ਨਾਲ ਹੀ ਮੁਕਤੀ ਮਿਲਦੀ ਹੈ। ਇੰਨਾ ਤੇ ਸੌਖਾ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਰਸਤਾ ਬਣਾ ਕੇ ਦੇਤਾ, ਹਾਈਵੇ ਬਣਾਤਾ, ਤੁਰੇ ਚੱਲੋ। ਕੋਈ ਪਗਡੰਡੀ ਵਾਲਾ ਰਾਹ ਨਹੀਂ ਆ ਇਹ ਕਿ ਇੱਕ ਔਕਟ ਘਾਟੀ ਰਾਮ ਕੀ ਤੇ ਚੜ ਰਿਓ ਕਬੀਰ। ਇਹ ਔਕਟ ਘਾਟੀ ਨਹੀਂ ਹੈ, ਤੇ ਸੌਖਾ ਰਾਹ ਹੈ। ਔਕਟ ਘਾਟੀ ਤੇ ਜੋਗੀਆਂ ਵਾਸਤੇ, ਤੇ ਉਹਨਾਂ ਵਾਸਤੇ ਪ੍ਰਾਣਾਯਾਮ ਕਰਨੇ, ਰੇਚਕ ਕੁੰਭਕ ਪੂਰਕ ਇਹ ਕਰਨੇ, ਯੋਗਾ ਅਭਿਆਸ ਕਰਨੇ, ਜਲ ਧਾਰੇ ਕਰਨੇ, ਧੂਣੇ ਤਾਪਣੇ, ਇਹ ਉਹਨਾਂ ਵਾਸਤੇ ਔਕਟ ਘਾਟੀ ਹੈ, ਸਾਡੇ ਵਾਸਤੇ ਨਹੀਂ। ਸਾਡੇ ਵਾਸਤੇ ਤਾਂ ਗਾਡੀ ਰਾਹ ਬਣਾਇਆ ਗੁਰੂ ਸਾਹਿਬ ਜੀ ਨੇ। ਕਿਵੇਂ? ਬੈਠੀਏ ਬਡਨ ਕੇ ਪਾਸ ਹੋਤ ਬਡਨ ਸਿਉ ਮੇਲ, ਸਭੀ ਜਾਨਤ ਬਡਤ ਹੈ ਬਿਰਕਸ਼ ਬਰਾਬਰ ਬੇਲ। ਕਿਸੇ ਵਿਦਵਾਨ ਕਵੀ ਨੇ ਲਿਖਿਆ, ਗੁਰਸਿੱਖੋ ਜੇ ਬੈਠਣ ਦਾ ਸ਼ੌਂਕ ਹੈ, ਬੈਠੀਏ ਵੱਢਣ ਕੇ ਪਾਸ, ਵੱਡੇ ਲੋਕ, ਵੱਡੇ ਮਹਾਂਪੁਰਸ਼, ਵੱਡੇ ਗੁਰੂਆਂ ਦੇ ਕੋਲ ਬੈਠਿਆ ਕਰੋ। ਹੋਤ ਵੱਢਣ ਸਿਉ ਮੇਲ, ਵੱਡਿਆਂ ਨਾਲ ਇਉਂ ਮਿਲਾਪ ਹੁੰਦਾ, ਉਹਨਾਂ ਕੋਲ ਥੋੜ੍ਹਾ 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 ਬੈਠਣਾ ਸਿੱਖੋ। ਸੰਗਤ ਵਿੱਚ ਆ ਕੇ 5 ਮਿੰਟ, 4 ਮਿੰਟ, 10 ਮਿੰਟ, 20 ਮਿੰਟ, ਅੱਧਾ ਘੰਟਾ ਸਿੱਖੋ। ਹੌਲੀ ਹੌਲੀ ਮੇਲ ਬਣ ਜਾਂਦਾ ਵੱਡਿਆਂ ਨਾਲ। ਕਿਵੇਂ ਬਣਦਾ ਹੈ? ਸਭੀ ਜਾਨਤ ਬਡਤ ਹੈ ਬਿਰਕਸ਼ ਬਰਾਬਰ ਬੇਲ। ਇਹ ਤਾਂ ਸਾਰਿਆਂ ਨੂੰ ਪਤਾ ਆਪਾਂ ਨੂੰ। ਜਿਹੜੀ ਬੇਲ ਹੁੰਦੀ ਹੈ ਬਿਰਕਸ਼ ਦੇ ਬਰਾਬਰ ਹੋ ਜਾਂਦੀ ਹੈ। ਹੁਣ ਮੰਨ ਲਓ ਕੋਈ ਦਰਖਤ ਹੈ, 20 ਸਾਲ ਉਹਨੂੰ ਉਹਨਾਂ ਤਿਆਰ ਹੋਣ ਨੂੰ ਲੱਗੇ ਨੇ। ਸਫੈਦੇ ਦਾ ਦਰਖਤ ਆ, ਚਾਹੇ ਨਿੰਮ ਆ, ਇਹ XYZ ਕੋਈ ਵੀ ਦਰਖਤ ਹੈ, ਉਹਦੇ ਨਾਲ ਤੁਸੀਂ ਜੜ ਦੇ ਵਿੱਚ ਕੋਈ ਬੇਲ ਬੀਜ ਦਿਓ, ਕੱਦੂ ਦੀ ਜਾਂ ਕਰੇਲਿਆਂ ਦੀ ਜਾਂ ਕੋਈ ਹੋਰ, ਉਹ ਬੇਲ ਨੂੰ ਤਾਂ ਨਹੀਂ 20 ਸਾਲ ਲੱਗਦੇ ਹੁਣ ਦਰਖਤ ਜਿੱਡੀ ਆਉਣ ਨੂੰ। ਉਹ ਬੇਲ ਤਾਂ ਬਈ 5-7 ਦਿਨਾਂ ਦੇ ਵਿੱਚ ਹੀ ਦਰਖਤ ਦੀ ਚੋਟੀ 'ਤੇ ਜਾ ਕੇ ਸਾਰੇ ਦਰਖਤ ਨੂੰ ਆਛਾਦਨ ਕਰ ਲੈਂਦੀ ਹੈ, ਢੱਕ ਲੈਂਦੀ ਹੈ ਨਾ, ਥੋੜ੍ਹੇ ਦਿਨਾਂ ਦੇ ਵਿੱਚ ਹੀ। ਐਂ ਗੁਰੂ ਦੇ ਸਿੱਖੋ 250 ਸਾਲ ਲੱਗੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ, ਇਹ ਦਰਖਤ ਨੂੰ ਬੰਨਣ ਵਿੱਚ। ਬੜੀਆਂ ਤਕਲੀਫਾਂ, ਚਾਂਦਨੀ ਚੌਂਕ ਦੇ ਵਿੱਚ ਸੀਸ ਦੇਣਾ, 8-8 ਮਹੀਨੇ ਭੁੱਖੇ ਰਹਿਣਾ ਆਨੰਦਪੁਰ ਸਾਹਿਬ, 4 ਸਾਹਿਬਜ਼ਾਦੇ ਵਾਰਨੇ, ਮਾਛੀਵਾੜੇ ਦੇ ਜੰਗਲਾਂ, ਠੰਡੀ ਧਰਤੀ 'ਤੇ ਸੌਣਾ, ਤੱਤੀਆਂ ਤਵੀਆਂ 'ਤੇ ਜੇਠ ਹਾੜ ਦੀ ਰੁੱਤ 'ਚ ਬੈਠਣਾ। ਇੰਨਾ ਦੁੱਖ, ਇੰਨੀਆਂ ਤਕਲੀਫਾਂ ਸਹਾਰ ਕੇ 250 ਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤਿਆਰ ਹੋਏ ਨੇ। ਇਹ ਵਿਸ਼ਾਲ ਦਰਖਤ, ਅਤੇ ਆਪਾਂ ਕੌਣ ਆ? ਬੇਲ ਦੇ ਵਾਂਗ ਆ। ਬੇਲ ਦਾ ਇੱਕ ਹੋਰ ਵੀ ਸੁਭਾਅ ਹੁੰਦਾ ਹੈ। ਜੇ ਤਾਂ ਬੇਲ ਨੂੰ ਪਹਿਲਾਂ ਜਦੋਂ ਬੇਲ ਪੁੰਗਰਦੀ ਹੈ ਨਾ, ਕੁਦਰਤੀ ਉਹਦਾ ਜਿਹੜਾ ਮੂੰਹ ਹੁੰਦਾ ਨਾ, ਔਰਾ, ਉਹ ਇੱਧਰ ਖੱਬੇ ਸੱਜੇ ਆਪਣੀ ਅੱਖਾਂ ਘੁਮਾਉਂਦੀ ਆ ਕਿ ਕੋਈ ਮਿਲੇ ਨੇੜੇ ਤੇੜੇ, ਕੋਈ ਥੰਮਲਾ, ਕੋਈ ਦਰਖਤ, ਕੋਈ ਕੰਧ। ਉਹਦੇ ਦਾਇਰੇ ਵਿੱਚ ਜੇ ਕੋਈ ਚੀਜ਼ ਹੈ ਤਾਂ ਉੱਧਰ ਨੂੰ ਤੁਰ ਪੈਂਦੀ ਆ ਇਹ। ਜੇ ਨਾ ਉਹਦੀ ਦਾਇਰੇ 'ਚ ਹੋਏ ਨਾ, ਫਿਰ ਉਹ ਰੰਗਦੀ ਹੈ ਖੱਬੇ ਸੱਜੇ।
ਜੇ ਉਹਦੇ ਨੇੜੇ ਕੋਈ ਖੱਡਾ ਖੂਹ ਹੋਵੇ ਉਹ 'ਚ ਤੁਰ ਪੈਂਦੀ ਹੈ। ਬੰਦਾ ਵੀ ਤੇ ਐਵੇਂ ਆ ਬੇਲ ਦੇ ਵਾਂਗ। ਜੇ ਬੰਦੇ ਨੂੰ ਸ਼ਰਾਬੀ ਕਬਾਬੀ ਲੁੱਚਿਆਂ ਦੀ ਸੰਗਤ ਮਿਲ ਜੇ ਤਾਂ ਇਹ ਵੀ ਥੋੜ੍ਹੇ ਦਿਨਾਂ ਦੇ ਵਿੱਚ ਹੀ ਸ਼ਰਾਬੀ ਕਬਾਬੀ ਬਣੇ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਥੋੜ੍ਹੇ ਦਿਨਾਂ ਦੇ ਵਿੱਚ ਹੀ ਵਿਗੜ ਜਾਂਦਾ ਹੈ ਬੰਦਾ। ਜੇ ਬੰਦੇ ਨੂੰ ਨਾ ਚੰਗੀ ਸੰਗਤ ਮਿਲੇ ਨਾ ਮਾੜੀ ਮਿਲੇ ਤਾਂ ਕਈ ਇਹ ਜਿਹੇ ਲੋਕ ਵੀ ਹਨ ਸਾਧਾਰਨ ਜਿਹਾ ਜੀਵਨ। ਲਓ ਜੀ ਆਪਾਂ ਤਾਂ ਨਾ ਕਿਸੇ ਦੇ ਚੰਗੇ 'ਚ ਨਾ ਕਿਸੇ ਦੇ ਮਾੜੇ 'ਚ। ਗੁਰਦੁਆਰੇ ਜਾਇਆ ਕਰ ਭਾਈ, ਲੈ ਗੁਰਦੁਆਰੇ ਕੀ ਕਰਨਾ ਜਾ ਕੇ? ਆਪਾਂ ਤਾਂ ਸਵੇਰੇ ਉੱਠਦੇ ਹਾਂ, ਨਹਾ ਧੋ ਕੇ ਆਪਦੇ ਕੰਮ 'ਤੇ ਜਾਈਦਾ, ਸ਼ਾਮ ਨੂੰ ਘਰੇ ਆਈਦਾ, ਰੋਟੀ ਖਾ ਕੇ ਸੌ ਜਾਈਦਾ। ਉਹ ਨਾ ਕਿਸੇ ਦੀ ਚੰਗੇ 'ਚ ਨਾ ਕਿਸੇ ਦੇ ਮਾੜੇ 'ਚ, ਨਾ ਉਹ ਖੂਹ 'ਚ ਗਏ ਨਾ ਉਹਨਾਂ ਨੂੰ ਕੋਈ ਦਰਖਤ ਮਿਲਿਆ। ਉਹ ਆਮ ਜਿਹਾ ਸਾਧਾਰਨ ਜਿਹਾ ਜਿਵੇਂ ਧਰਤੀ 'ਤੇ ਰਿੰਗਦੀ ਹੈ ਨਾ ਬੇਲ, ਆਏਂ ਜੀਵਨ ਕਈਆਂ ਦਾ ਹੈ। ਅਤੇ ਜੇ ਦਰਖਤ ਮਿਲ ਜੇ ਜਿਵੇਂ ਆਪ ਸੰਗਤਾਂ ਨੂੰ ਮਿਲੀ ਹੋਈ ਆ ਗੁਰੂ ਗ੍ਰੰਥ ਸਾਹਿਬ ਜੀ ਅਤੇ ਵੱਡੇ ਮਹਾਂਪੁਰਸ਼ਾਂ ਦੀ ਸੰਗਤ, ਥੋੜ੍ਹੇ ਦਿਨਾਂ ਦੇ ਵਿੱਚ ਹੀ। ਹੁਣ ਦੇਖੋ 9ਵੇਂ ਪਾਤਸ਼ਾਹ ਦੀ ਸੰਗਤ ਕੀਤੀ ਨਾ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੇ। ਹੁਣ 9ਵੇਂ ਪਾਤਸ਼ਾਹ ਨੂੰ ਤਾਂ ਗੁਰਤਾ ਗੱਦੀ ਮਿਲੀ ਸੀ, ਕਮਾਈਆਂ ਕੀਤੀਆਂ ਸੀ, ਕਿੰਨੇ ਭੋਰੇ 'ਚ 26 ਸਾਲ ਰਹਿ ਕੇ ਜਪ ਤਪ ਕੀਤਾ। ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਨੇ ਤਾਂ ਨਹੀਂ 26 ਸਾਲ ਜਪ ਤਪ ਕੀਤੇ ਬਰਾਬਰ। ਦੇਖੋ ਫਿਰ ਆਪਣੀਆਂ ਜੇ 9ਵੇਂ ਪਾਤਸ਼ਾਹ ਨੇ ਸੀਸ ਦਾ ਬਲੀਦਾਨ ਦਿੱਤਾ ਅਤੇ ਇਹਨਾਂ ਨੇ ਵੀ ਫਿਰ ਦੇਗੇ 'ਚ ਉਬਾਲੇ ਖਾਧੇ, ਆਰਿਆਂ ਨਾਲ ਚਰਵਾਏ, ਰੂੰ 'ਚ ਲਪੇਟ ਕੇ ਅੱਗਾਂ ਲਵਾਈਆਂ, ਬਰਾਬਰ ਹੋ ਨਿਬੜੇ ਨਾ। ਥੋੜ੍ਹੇ ਦਿਨਾਂ ਦੇ ਸਿਰਫ ਸੰਗਤ ਦਾ ਇੰਨਾ ਅਸਰ ਹੈ। ਕਿਸੇ ਦਰਖਤ ਨੂੰ 20 ਸਾਲ ਲੱਗਦੇ ਨੇ ਕੰਪਲੀਟ ਹੋਣ ਦੇ ਵਿੱਚ, ਬੇਲ ਨੂੰ 20 ਸਾਲ ਨਹੀਂ ਲੱਗਦੇ। ਉਹ 5-7 ਦਿਨਾਂ 'ਚ ਉੱਥੇ ਪਹੁੰਚ ਜਾਂਦੇ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਅਪਾਰ ਕਿਰਪਾ ਕੀਤੀ ਸਾਡੇ 'ਤੇ। ਸਾਡਾ ਜੀਵਨ, ਸਾਡਾ ਦਿਲ, ਸਾਡਾ ਮਨ ਬੇਲ ਵਾਂਗ ਹੈ। ਗੁਰੂ ਗ੍ਰੰਥ ਸਾਹਿਬ ਦੇ ਨੇੜੇ ਕਰੀਏ ਇਹਨੂੰ, ਮਹਾਂਪੁਰਸ਼ਾਂ ਦੇ ਨੇੜੇ ਕਰੀਏ, ਮਹਾਂਪੁਰਸ਼ਾਂ ਦੇ ਚਰਨਾਂ ਦੇ ਨਾਲ ਜੁੜੀਏ, ਇਹਨਾਂ ਦੇ ਬਰਾਬਰ ਹੋ ਜਾਵਾਂਗੇ। ਮਾਘ ਮੱਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ। ਸਾਧੂਆਂ ਦੀ ਸੰਗਤ, ਗੁਰਬਾਣੀ ਦਾ ਇਸ਼ਨਾਨ, ਕਥਾ ਕੀਰਤਨ ਦਾ ਇਸ਼ਨਾਨ ਆਪਣੇ ਮਨ ਨੂੰ ਕਰਾਉਣਾ। ਹੋਰ ਕੀ ਕਰਨਾ ਮਹਾਰਾਜ? ਕਿਵੇਂ ਤਿਉਹਾਰ ਮਨਾਈਏ ਅਸੀਂ? ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਬਈ ਇੱਕ ਕੰਮ ਇਹ ਵੀ ਕਰੀ, ਕਿਉਂ ਸਾਧੂਆਂ ਦੇ ਕੋਲ ਤੂੰ ਬੈਠਣਾ ਹੈ, ਸਾਧੂਆਂ ਦੀ ਸੰਗਤ ਕਰਨੀ ਹੈ ਅਤੇ ਉੱਥੇ ਬਹਿ ਕੇ ਕੰਮ ਕਰੀ। ਸਾਧੂ ਜਿਹੜੇ ਨਾਮ ਜਪਦੇ ਨੇ ਨਾ, ਉਹ ਨਾਮ ਨੂੰ ਤੂੰ ਧਿਆਨ ਨਾਲ ਸੁਣੀ। ਜਬਲੀਆਂ ਨਾ ਮਾਰੀਆਂ ਆਪਣੀ, ਇੱਧਰ ਉੱਧਰ ਬੈਠਾ ਜਾਂ ਇੱਧਰ ਉੱਧਰ ਝਾਕਦਾ ਰਹੀਂ, ਜਾਂ ਮਨ ਦੇ ਵਿੱਚ ਕੋਈ ਹੋਰ ਫੁਰ ਨਾ ਰੱਖੀ। ਕਬੀਰ ਸਾਧੂ ਕੋ ਮਿਲ ਨ ਜਾਈਐ, ਸਾਥ ਨਾ ਲੀਜੈ ਕੋਏ। ਸਾਥ ਨਾ ਲੀਜੈ ਕੋਏ ਦਾ ਅਰਥ ਇਹ ਨਹੀਂ ਹੈ ਕਿ ਕਿਸੇ ਨੂੰ ਨਾਲ ਨਹੀਂ ਲੈ ਕੇ ਇਕੱਲੇ ਨੇ। ਮਾਹੌਲ ਬੜਾ ਖਰਾਬ ਆ ਹੁਣ, ਇਹ ਨਹੀਂ ਪਤਾ ਕਿਤੇ ਮਾਰ ਕੇ ਸੁੱਟ ਦੇਣ। ਦੇਖਦੇ ਹੀ ਪਿਆ ਰੋਜ਼ ਆਪਣਾ ਕਿਵੇਂ ਇਲਾਕਾ ਕੀ ਹੋਇਆ ਪਿਆ। ਇਹਦਾ ਇਹ ਮਤਲਬ ਨਹੀਂ ਨਾਲ ਲਿਆਇਆ ਕਰੋ ਕਿਸੇ ਨੂੰ, 5-4 ਸਤਸੰਗੀ ਨੂੰ ਜੋੜਿਆ ਕਰੋ। ਸਾਥ ਨਾ ਲੀਜੈ ਕੋਏ, ਇਹਦਾ ਅਰਥ ਇਹ ਹੈ ਕਿ ਜਦੋਂ ਵੀ ਸਾਧੂ ਨੂੰ ਮਿਲਣ ਜਾਓ, ਆਪਣੇ ਮਨ ਵਿੱਚ ਕੋਈ ਵਾਸ਼ਨਾ, ਕੋਈ ਕਾਮਨਾ, ਕੋਈ ਡਿਮਾਂਡ, ਕੋਈ ਮੰਗ ਲੈ ਕੇ ਨਾ ਜਾਓ। ਸਾਥ ਨਾ ਲੀਜੈ ਕੋਏ, ਇਹ ਨਹੀਂ ਕਿ ਮਹਾਂਪੁਰਸ਼ਾਂ ਨੂੰ ਇੱਕ ਕਦਮ ਤੁਰੇ ਇੱਧਰ ਨੂੰ ਅਤੇ ਹਜ਼ਾਰਾਂ ਹੀ ਮੰਗਾ ਝੋਲਾ ਭਰ ਲਿਆ, ਆਹ ਵੀ ਮੰਗ ਲਈ, ਆਹ ਵੀ ਮੰਗ ਲਈਏ, ਢੇਲੀ ਰੱਖ ਕੇ ਹਵੇਲੀ ਮੰਗ ਲਾਂਗੇ ਨਾ। ਸਾਥ ਨਾ ਲੀਜੇ, ਖਾਲੀ ਮਨ ਨਿਊਟਰਲ ਹੋ ਕੇ ਜਾਇਆ ਕਰੋ, ਕੋਈ ਮੰਗ ਨਾ ਰੱਖਿਆ ਕਰੋ। ਮਨ ਨੂੰ ਖਾਲੀ ਬੇਫਿਕਰਾ ਬਣਾ ਕੇ ਸਾਧੂਆਂ ਦੇ ਮੁੱਖੋਂ ਜਿਹੜੇ ਮੰਤਰ ਉਚਾਰਨ ਹੁੰਦੇ ਨੇ, ਹਰ ਕਾ ਨਾਮ ਧਿਆਏ ਸੁਣ। ਧਿਆਏ ਸੁਣ ਦਾ ਅਰਥ ਹੈ ਨਾਮ ਨੂੰ ਧਿਆਤਾਕਾਰ ਬਿਰਤੀ ਦੇ ਦੁਆਰਾ ਸੁਣੀ। ਕਿਉਂ 19 ਤ੍ਰਿਪੁਟੀਆਂ ਵੇਦ ਸ਼ਾਸਤਰਾਂ ਵਿੱਚ ਲਿਖੀਆਂ ਨੇ। ਧਿਆਤਾ ਧਿਆਨ ਧੇ, ਗਿਆਤਾ ਗਿਆਨ ਗੇ, ਕਰਤਾ ਕਰਮ ਕਰੇ, ਪਰਮਾਤਾ ਪ੍ਰਮਾਣ ਪਰਮੇ। ਇਹ ਤ੍ਰਿਪੁਟੀਆਂ ਨੂੰ ਵਿੰਨ ਕੇ, ਧਿਆਤਾ ਹੁੰਦਾ ਸਰੀਰ, ਧੇ ਹੁੰਦੀ ਵਸਤੂ, ਧਿਆਨ ਹੁੰਦਾ ਜਿਹੜੇ ਸਾਡੇ ਅੱਖਾਂ ਤੋਂ ਬਾਹਰ ਨਿਕਲ ਕੇ ਕਿਸੇ ਚੀਜ਼ ਦੇ ਆਕਾਰ ਨੂੰ ਗ੍ਰਹਿਣ ਕਰਕੇ ਉਹ ਅੱਖਾਂ ਦੀ ਬਿਰਤੀ ਵਾਪਸ ਆ ਕੇ ਮਨ ਨੂੰ ਜਾ ਕੇ ਦੱਸਦੀ ਹੈ। ਫਿਰ ਮਨ ਬੁੱਧੀ ਨੂੰ ਦੱਸਦਾ, ਬੁੱਧੀ ਫਿਰ ਕਨਫਰਮ ਕਰਦੀ ਹੈ
ਨਿਸ਼ਚਾ ਕਰਦੀ ਕਿ ਇਹ ਆਹ ਚੀਜ਼ ਪਈ ਹੈ ਸਾਹਮਣੇ, ਇਹਨੂੰ ਧਿਆਤਾ ਧਿਆਨ ਧੇ ਕਹਿੰਦੇ ਨੇ। ਇਹਨਾਂ ਨੂੰ ਹਟਾ ਕੇ ਹਰ ਕਾ ਨਾਮ ਧਿਆਏ ਸੁਣ, ਇਹ ਧਿਆਨ ਦੇ ਨਾਲ ਨਾਮ ਨੂੰ ਸੁਣਿਆ ਕਰੋ। ਫਿਰ ਕੀ ਹੁੰਦਾ, ਸਭਨਾਂ ਨੂੰ ਕਰ ਦਾਨ। ਫਿਰ ਜਿਹੜਾ ਨਾਮ ਤੁਸੀਂ ਸੁਣਿਆ ਨਾ, ਉਹ ਨਾਮ ਅੱਗੇ ਫਿਰ ਦਾਨ ਕਰਿਆ ਕਰੋ। ਜਾਂ ਜੇ ਸਾਡੇ ਕੋਲ ਧਨ ਦੌਲਤ ਪਰਮਾਤਮਾ ਨੇ ਦਿੱਤੀਆਂ, ਉਹ ਦਾਨ ਕਰਿਆ ਕਰੋ। ਮਾਘ ਮਹੀਨੇ 'ਚ ਦਾਨ ਹੋਊਗਾ ਨਾ। ਦਾਨ ਕਰਨ ਦੀ ਵਿਧੀ ਕੀ ਹੈ? ਸਾਰ ਕਿਤਾਵਲੀ ਗ੍ਰੰਥ ਵਿੱਚ ਪੰਡਤ ਹਰਦਿਆਲ ਜੀ ਨੇ ਵਿਧੀ ਲਿਖੀ ਹੈ। ਅੰਨ ਪਟਾਦ ਅਨਾਥਨ ਕੋ, ਦ્વੈ ਕਰ ਜੋਰ ਦੇ ਪੁਨ ਟੇਰੇ, ਖਾਏ ਹੰਡਾਏ ਧਿਆਏ ਹਰੀ, ਚਿਰ ਜੀਵੋ ਜੇ ਤੁਮ ਬਾਂਧਵ ਮੇਰੇ। ਤਾਸ ਅਸੀਸੈ ਤੇ ਜਗਦੀਸ਼, ਕਰੇ ਮਨ ਸੁਧ ਸੋ ਸਾਂਝ ਸਵੇਰ। ਇਹ ਤਰੀਕਾ ਹੈ। ਤੁਹਾਡੇ ਕੋਲ ਅੰਨ ਕੱਪੜੇ ਜੋ ਵੀ ਹੈ, ਉਹ ਅਨਾਥ ਗਰੀਬਾਂ ਨੂੰ ਲੋੜਵੰਦਾਂ ਨੂੰ ਦਿਆ ਕਰੋ। ਐਵੇਂ ਨਾ ਭਰ ਭਰ ਕੇ ਸਿੱਟੋ ਅੱਗ ਦੇ ਵਿੱਚ, ਰੇਵੜੀਆਂ ਮੂੰਗਫਲੀਆਂ ਕਿਸੇ ਦੇ ਮੂੰਹ 'ਚ ਪਾਓ। ਫਿਰ ਉਹਨੂੰ ਬੇਨਤੀਆਂ ਕਰੋ ਕਿ ਪੁਰਖਾ ਤੂੰ ਇਹ ਕੱਪੜੇ ਪਹਿਨ, ਅੰਨ ਖਾ ਅਤੇ ਧਿਆਏ ਹਰੀ, ਅਤੇ ਰੱਬ ਨੂੰ ਧਿਆਉਣਾ ਕਰ, ਅਤੇ ਮੇਰਾ ਦਿੱਤਾ ਹੋਇਆ ਦਾਨ ਵੀ ਤੈਨੂੰ ਸਫਲਾ ਹੋਵੇ। ਲੋੜਵੰਦ ਨੂੰ ਦਾਨ ਦਿਓ। ਇਹ ਨਾ ਕਿ ਤੁਸੀਂ ਕਿਸੇ ਨੂੰ 100 ਰੁਪਇਆ ਦੇ ਦਿੱਤਾ ਤਾਂ ਅਗਲੇ ਨੇ ਪੀ ਕੇ ਸ਼ਰਾਬ ਜਾ ਕੇ ਘਰੇ ਬੱਚਿਆਂ ਨੂੰ ਕੁੱਟਿਆ, ਅਤੇ ਘਰ ਵਾਲੀ ਨੇ ਕਹਿ ਤਾ ਕਿ ਰੱਬ ਉਹਦਾ ਬੇੜਾ ਗਰਕ ਗਾ ਜਿਹੜੇ ਇਹਨੂੰ ਸ਼ਰਾਬ ਪੀਣ ਨੂੰ ਪੈਸੇ ਦਿੰਦੇ ਨੇ। ਦੱਸੋ ਕਿੱਥੇ ਤੁਹਾਡਾ ਦਾਨ ਗਿਆ? ਜਿੱਥੇ ਬੰਦਾ ਬਾਣੀ ਪੜ੍ਹਨ ਵਾਲਾ ਲੋੜਵੰਦ ਹੋਵੇ, ਉਹਨੂੰ ਦਾਨ ਦੇਣਾ ਫਲੀਭੂਤ ਹੁੰਦਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਨ। ਇਸ ਮੰਤਵ ਨੂੰ ਮੁੱਖ ਰੱਖ ਕੇ, ਇਸ ਸਿਧਾਂਤ 'ਤੇ ਪਹਿਰਾ ਦੇ ਕੇ ਆਪਾਂ ਨੇ ਇਉਂ ਸਾਰਾ ਮਾਘ ਦਾ ਮਹੀਨਾ ਸਤ ਸੰਗਤ ਕਰਕੇ, ਧੂੜੀ ਵਿੱਚ ਇਸ਼ਨਾਨ ਕਰਕੇ, ਜਪ ਤਪ ਕਰਕੇ, ਨਾਮ ਜਪ ਕੇ, ਇਹ ਚੀਜ਼ ਦਾ ਦਾਨ ਕਰਕੇ ਸਾਰਾ ਮਹੀਨਾ ਸਫਲਾ ਕਰਨਾ ਹੈ। ਇਉਂ ਅਸੀਂ ਆਪਣਾ ਸਾਰਾ ਜੀਵਨ ਸਫਲਾ ਕਰਨਾ ਹੈ। ਸਤਿਗੁਰੂ ਜੀ ਕਿਰਪਾ ਕਰਨ। ਐਸੀ ਸਿੱਖਿਆ ਸਾਡੇ ਹਿਰਦੇ 'ਚ ਵਸ ਜਾਵੇ, ਜਿਸ ਨੂੰ ਪੜ੍ਹ ਸੁਣ ਉਪਮਾ ਕੇ ਨਿਹਾਲ ਹੋਈਏ। ਦਾਸ ਕੋਲੋਂ ਹੋਈਆਂ ਬੇਅੰਤ ਗਲਤੀਆਂ ਦੀ ਸੰਗਤ ਨੇ ਖਿਮਾ ਕਰਨੀ। ਇੰਨੀ ਕੋ ਹਾਜ਼ਰੀ ਸੇਵਾ ਦਾਸ ਦੇ ਪ੍ਰਵਾਨ ਕਰਨੀ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।